ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵ ਜੀ ਹਿਰਦੈ ਧਿਆਵ। ਸ੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਹਰਿ ਗੋਬਿੰਦ ਸ਼ੁਭ ਮਤ ਪਰ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ। ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਹਮ ਨਾ ਸਕਤ ਕਰ ਸਿਫਤ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼੍ਰੀ ਕਲਗੀਧਰ ਦੇਖ ਕੇ ਉੱਚੇ ਕਹਿਓ ਪੁਕਾਰ। छोड़ो नहीं तूफान को टिके रहो बनलार। वाहिगुरु जी का खालसा वाहिगुरु जी की फतेह। परम सन्मानयोग गुरु की साजी नवाजी होई। गुरु खालसा साध संगत जी आप जी अत्यंत वडभागे हो जो गरीब नवाज सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕਿਰਪਾ ਕੀਤੀ ਹੈ ਜੋ ਸਾਨੂੰ ਆਪਣਾ ਇਤਿਹਾਸ ਸਰਵਣ ਕਰਾਇਆ ਹੈ। ਕਿਉਂਕਿ ਗੁਰੂ ਕੀ ਕਥਾ ਗੁਰੂ ਕੀ ਬਾਣੀ ਦਾ ਕੀਰਤਨ ਇਹ ਬਿਨਾਂ ਭਾਗਾਂ ਦੇ ਪ੍ਰਾਪਤ ਨਹੀਂ ਹੁੰਦਾ। ਗੁਰਪੂਰਾ ਭੇਟਿਓ ਵੱਡ ਭਾਗੀ। ਵੱਡੇ ਭਾਗ ਹੋਣ ਤਾਂ ਪੂਰੇ ਗੁਰੂ ਦੀ ਸੰਗਤ ਮਿਲਦੀ ਹੈ। ਗੁਰੂ ਕੀ ਬਾਣੀ ਕਥਾ ਕੀਰਤਨ ਸੁਣਨ ਦਾ ਸੁਭਾਗ ਮਿਲਦਾ ਹੈ। ਜਦੋਂ ਗੁਰੂ ਮਿਲ ਜਾਂਦਾ ਹੈ ਕਥਾ ਕੀਰਤਨ ਸੁਣਦੇ ਹਾਂ ਮਨਹਿ ਭਇਆ ਪ੍ਰਗਾਸਾ। ਉਦੋਂ ਸਾਡੇ ਮਨ ਦਾ ਹਨੇਰਾ ਦੂਰ ਹੁੰਦਾ ਹੈ। ਅਸੀਂ ਜਿੰਨੇ ਮਰਜ਼ੀ ਸਿਆਣੇ ਬਣੀਏ, ਜਿੰਨੀ ਮਰਜ਼ੀ ਵਿੱਦਿਆ ਪੜ੍ਹੀਏ, ਜਿੰਨੇ ਮਰਜ਼ੀ ਕਿਤਾਬੀ ਕੀੜੇ ਬਣ ਜਾਈਏ, ਜਿੰਨਾ ਚਿਰ ਗੁਰੂ ਨਾਨਕ ਦੀ ਕਿਰਪਾ ਨਹੀਂ ਹੁੰਦੀ ਉਹਨਾਂ ਚਿਰ ਸਾਡਾ ਅੰਦਰ ਨਹੀਂ ਰੁਸ਼ਨਾਉਂਦਾ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸੋ ਗੁਰੂ ਕੋਲ ਆ ਕੇ ਗੁਰੂ ਦੀ ਕਥਾ ਸੁਣ ਕੇ ਭਗਤੀ ਰਸ ਵਿੱਚ ਜਦੋਂ ਭਿੱਜਦਾ ਹੈ ਇਨਸਾਨ
ਤਾਂ ਉਹਦੇ ਅੰਦਰ ਫਿਰ ਆਨੰਦ, ਖੇੜਾ, ਖੁਸ਼ੀ, ਸ਼ਾਂਤੀ, ਟਿਕਾ ਆ ਜਾਂਦਾ ਹੈ। ਆਪ ਜੀ ਗੁਰੂ ਪਾਤਸ਼ਾਹ ਦੀ ਕਥਾ ਸੁਣ ਰਹੇ ਹੋ, ਜੋ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕੀਤੀ ਹੈ। ਇਹਦਾ ਵਰਗਾ ਲਾਸ਼ਾਨੀ ਕੰਮ ਸੰਸਾਰ ਤੇ ਕੋਈ ਨਹੀਂ ਹੋਇਆ। ਬਹੁਤ ਵੱਡੀ ਇਹ ਭਾਈ ਸਾਹਿਬ ਦੀ ਦੇਣ ਹੈ ਪੰਥ ਖਾਲਸੇ ਨੂੰ, ਜੋ ਪਿੰਡ ਪਿੰਡ ਜਾ ਕੇ, ਅੱਜ ਸਾਡੇ ਕੋਲ ਗੱਡੀਆਂ ਨੇ, ਹਵਾਈ ਜਹਾਜ਼ ਨੇ, ਤਾਂ ਵੀ ਅਸੀਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਨਹੀਂ ਕਰ ਸਕਦੇ। ਅੱਜ ਤੋਂ 200 ਸਾਲ ਪਹਿਲਾਂ ਜਦੋਂ ਘੋੜਿਆਂ ਤੇ ਜਾਂ ਪੈਦਲ ਜਾਣਾ ਪੈਂਦਾ ਸੀ, ਕਵੀ ਰਾਜ ਭਾਈ ਸੰਤੋਖ ਸਿੰਘ ਪਟਨਾ ਸਾਹਿਬ ਤੋਂ ਲੈ ਕੇ ਹਜੂਰ ਸਾਹਿਬ ਤੱਕ, ਨਨਕਾਣਾ ਸਾਹਿਬ ਤੋਂ ਲੈ ਕੇ ਜਿੰਨੇ ਵੀ ਸਾਡੇ ਪੁਰਾਤਨ ਇਤਿਹਾਸੀ ਅਸਥਾਨ ਹਨ, ਪਿੰਡਾਂ, ਸ਼ਹਿਰਾਂ, ਨਗਰਾਂ, 10 ਪਾਤਸ਼ਾਹੀਆਂ ਦੇ ਗੁਰਦੁਆਰੇ ਹਨ, ਉਹਨਾਂ ਦੀ ਪੈਦਲ ਯਾਤਰਾ ਕਰਕੇ ਤੇ ਇਹ ਇਤਿਹਾਸ ਇਕੱਠਾ ਕੀਤਾ ਸੀ। ਫਿਰ ਇਹਨੂੰ ਇੱਕ ਲੜੀ ਵਿੱਚ ਪਰੋਇਆ ਸੀ ਔਰ ਕਮਾਲ ਦੀ ਛੰਦਾਬੰਦੀ ਰਚੀ। ਐਵੇਂ ਤੁਕਬੰਦੀ ਨਹੀਂ ਕੀਤੀ। ਭਾਈ ਸੰਤੋਖ ਸਿੰਘ ਜੀ ਨੂੰ ਹਿੰਦੁਸਤਾਨ ਦੇ ਵੱਡੇ ਕਵੀਆਂ 'ਚ ਮੰਨਿਆ ਜਾਂਦਾ ਹੈ। ਸ਼੍ਰੋਮਣੀ ਕਵੀ ਚੂੜਾਮਣੀ ਕਿਹਾ ਜਾਂਦਾ ਹੈ। ਚੂੜਾ ਕਹਿੰਦੇ ਨੇ ਜਿਹੜਾ ਆਪਾਂ ਕੇਸਾਂ ਦੇ ਉੱਤੇ ਜੂੜਾ ਕਰਦੇ ਹਾਂ, ਇਹਨੂੰ ਸੰਸਕ੍ਰਿਤ ਚੂੜਾ ਕਹਿੰਦੇ ਨੇ, ਆਪਾਂ ਜੂੜਾ ਕਹਿੰਦੇ ਹਾਂ ਪੰਜਾਬੀ 'ਚ। ਤੇ ਉਹਦੇ ਉੱਤੇ ਜਿਹੜੀ ਮਣੀ ਹੋਵੇ, ਯਾਨੀ ਕਿ ਜਿਹੜੇ ਕਵੀਆਂ ਦਾ ਜੂੜਾ ਵੱਜਾ ਹੋਵੇ ਤੇ ਉਹਦੇ ਉੱਤੇ ਮਣੀ ਹੋਵੇ, ਉਹ ਹੈ ਕਵੀ ਚੂੜਾਮਣੀ। ਭਾਈ ਸੰਤੋਖ ਸਿੰਘ ਜੀ ਕਵੀ ਰਾਜ, ਜਿਨ੍ਹਾਂ ਨੇ ਇਹ ਕਥਾ ਲਿਖੀ ਹੈ, ਕੈਥਲ ਸ਼ਹਿਰ ਦੇ ਵਿੱਚ ਬੈਠ ਕੇ ਇਹ ਇਤਿਹਾਸ ਲਿਖਿਆ ਹੈ। ਜਿਹੜੀ ਹਵੇਲੀ 'ਚ ਇਤਿਹਾਸ ਲਿਖਿਆ ਹੈ, ਉਹ ਹਵੇਲੀ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਪੰਥ ਖਾਲਸੇ ਦੀ ਸੇਵਾ 'ਚ ਆਈ ਹੈ। ਨਹੀਂ ਤਾਂ ਉਹ 200 ਸਾਲ ਬਾਣੀਆਂ ਪਰਿਵਾਰਾਂ ਦੇ ਕੋਲ ਸੀ, ਉਹ ਹੁਣ ਵੇਚ ਗਏ ਹਨ। ਤੇ ਉਹਦੀ ਸੇਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਜਾਰੀ ਹੈ। ਸੋ ਸਾਧ ਸੰਗਤ ਜੀ, ਇਹ ਕਥਾ ਆਪ ਜੀ ਜੋ ਸਰਵਣ ਕਰ ਰਹੇ ਹੋ, ਉਸੇ ਹਵੇਲੀ 'ਚ ਬੈਠ ਕੇ ਲਿਖੀ ਗਈ ਸੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੁਆਰਾ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਸਨ, ਰਾਤ ਆਪ ਜੀ ਨੇ ਸੁਣਿਆ ਹੈ ਕਿ ਜਦੋਂ ਮਹਾਰਾਜ ਸ਼ਿਕਾਰ ਨੂੰ ਚੜ੍ਹੇ, ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸ਼ਾਹ ਨੂੰ ਨਾਲ ਲੈ ਕੇ, ਕਿਉਂਕਿ ਦੁਪਹਿਰ ਤੋਂ ਬਾਅਦ ਗੁਰੂ ਸਾਹਿਬ ਸ਼ਿਕਾਰ ਨੂੰ ਗਏ ਸਨ, ਸਮਾਂ ਥੋੜ੍ਹਾ ਸੀ, ਤੇ ਰਸਤੇ ਵਿੱਚ ਇੱਕ ਪਹਾੜੀਆ ਮਿਲਿਆ। ਕਹਿਣ ਲੱਗਾ, ਮਹਾਰਾਜ ਸਾਡੀ ਦੂਣ ਦੇ ਵਿੱਚ, ਸਾਡੇ ਇਲਾਕੇ ਵਿੱਚ ਇੱਕ ਬੜਾ ਹੀ ਭਿਆਨਕ ਬੱਬਰ ਸ਼ੇਰ ਆ ਗਿਆ ਹੈ। ਉਹ ਇੱਧਰ ਰਹਿੰਦਾ ਸੀ ਪਹਿਲਾਂ ਵੀ, ਪਰ ਕੁਝ ਸਮੇਂ ਤੋਂ ਬਾਹਰ ਗਿਆ ਹੋਇਆ ਸੀ, ਉਹ ਫਿਰ ਵਾਪਸ ਆ ਗਿਆ। ਉਹਦੇ ਆਉਣ ਨਾਲ ਬੜੀ ਦਹਿਸ਼ਤ ਫੈਲ ਗਈ ਹੈ। ਉਹ ਸਾਡੇ ਘਰਾਂ ਵਿੱਚ ਆ ਕੇ ਮਾਲ ਡੰਗਰ, ਮੱਝਾਂ, ਗਾਵਾਂ ਨੂੰ ਖਾ ਜਾਂਦਾ ਹੈ। ਕੋਈ ਬੰਦਾ ਉਹਦੇ ਢਾਏ ਚੜ੍ਹ ਜਾਵੇ, ਉਹ ਬੰਦਾ ਖਾ ਜਾਂਦਾ ਹੈ। ਮਹਾਰਾਜ ਡਰਦੇ ਮਾਰੇ ਲੋਕ ਘਰਾਂ ਤੋਂ ਨਹੀਂ ਨਿਕਲਦੇ। ਸਾਡਾ ਇਲਾਕਾ ਬੜੇ ਖਤਰੇ ਵਿੱਚ, ਕਿਰਪਾ ਕਰਕੇ ਉਸ ਸ਼ੇਰ ਦਾ ਸ਼ਿਕਾਰ ਕਰੋ ਤੇ ਸਾਡੀ ਜਾਨ ਸੌਖੀ ਕਰੋ। ਕਲਗੀਧਰ ਕਹਿਣ ਲੱਗੇ ਵੀ ਹੁਣ ਤਾਂ ਹਨੇਰਾ ਪੈ ਰਿਹਾ, ਰਹਿ ਰਾਸ ਦਾ ਟਾਈਮ ਹੈ, ਅਸੀਂ ਆ ਕੇ ਆਪਣਾ ਨਿਤਨੇਮ ਕਰਾਂਗੇ, ਆਰਾਮ ਕਰਾਂਗੇ, ਸਵੇਰੇ ਅਸੀਂ ਉਸ ਸ਼ੇਰ ਨੂੰ ਵੇਖਾਂਗੇ। ਰਾਤ ਵਾਪਸ ਆ ਕੇ ਪੌਂਟਾ ਸਾਹਿਬ ਗੁਰੂ ਸਾਹਿਬ ਆਰਾਮ ਕੀਤਾ। ਅਗਲੇ ਦਿਨ ਮਹਾਰਾਜ ਸਵੇਰ ਸਾਰੀ ਨਗਾਰੇ ਤੇ ਚੋਭਾ ਲਾ ਕੇ ਰਾਜੇ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਦੀਆਂ ਫੌਜਾਂ ਵੀ ਨਾਲ ਲੈ ਲਈਆਂ, ਆਪਣੀ ਫੌਜ ਵੀ ਨਾਲ ਲੈ ਲਈ। ਭਾਈ ਸੰਗੋ ਸ਼ਾਹ, ਜੀਤ ਮਲ, ਮਾਰੀ ਚੰਦ, ਗੰਗਾ ਰਾਮ, ਗੁਲਾਬ ਰਾਏ, ਦੀਵਾਨ ਨੰਦ ਚੰਦ, ਪੰਡਿਤ ਦਇਆ ਰਾਮ ਵਰਗੇ ਸੂਰਮੇ ਨਾਲ ਲੈ ਲਏ। ਸਤਿਗੁਰੂ ਜੀ ਸ਼ਿਕਾਰ ਨੂੰ ਚੜ੍ਹੇ ਹਨ ਔਰ ਦੂਰ ਦੂਰ ਪਿੰਡਾਂ ਵਿੱਚ, ਜੰਗਲਾਂ ਵਿੱਚ, ਬੇਲਿਆਂ ਵਿੱਚ, ਉਸ ਪਹਾੜੀ ਖੰਦਰਾਂ ਵਿੱਚ ਲੱਭਦੇ ਉਸ ਪਹਾੜੀਏ ਨੂੰ ਨਾਲ ਲੈ ਲਿਆ। ਉਹਨੇ ਸ਼ੇਰ ਦੀ ਪੈੜ ਪਛਾਣ ਕੇ ਆਖਿਆ, ਮਹਾਰਾਜ ਆਹ ਵੇਖੋ, ਸ਼ੇਰ ਦੀ ਤਾਜ਼ਾ ਪੈੜ ਹੈ, ਕੁਝ ਸਮਾਂ ਪਹਿਲਾਂ ਇੱਥੋਂ ਲੰਘਿਆ ਹੈ, ਹੁਣ ਥੋੜਾ ਸੁਚੇਤ ਹੋ ਜਾਓ, ਕੋਈ ਪਤਾ ਨਹੀਂ ਕਿਹੜੀ ਝਾੜੀ 'ਚ ਲੁੱਕ ਕੇ ਬੈਠਾ ਹੋਵੇ। ਅਚਾਨਕ ਘੋੜਿਆਂ ਨੂੰ ਵੇਖ ਕੇ, ਹਾਥੀਆਂ ਨੂੰ ਵੇਖ ਕੇ, ਤੁਹਾਡੀ ਫੌਜ ਨੂੰ ਵੇਖ ਕੇ ਹਮਲਾ ਨਾ ਕਰ ਦੇਵੇ। ਸਤਿਗੁਰੂ ਪਾਤਸ਼ਾਹ ਉਸਦੀ ਪੈੜ ਦੇ ਪਿੱਛੇ ਉਸ ਜਗ੍ਹਾ ਜਾ ਪਹੁੰਚੇ ਨੇ ਜਿੱਥੇ ਬੜੀਆਂ ਹੀ ਸੰਘਣੀਆਂ ਝਾੜੀਆਂ ਸਨ, ਕੰਡਿਆਲੀਆਂ ਝਾੜੀਆਂ ਸਨ ਔਰ ਬਹੁਤ ਸਾਰਾ ਔਖਾ ਰਾਹ ਸੀ। ਉੱਥੇ ਜਦੋਂ ਪਹੁੰਚੇ ਨੇ ਤੇ ਮਹਾਰਾਜ ਨੇ ਜਾ ਕੇ ਵੇਖਿਆ
ਵੀ ਉਹ ਜਾ ਕੇ ਝਾੜੀਆਂ ਦੇ ਥੱਲੇ ਬਿਹੜੇ ਦੇ ਰੁੱਖ ਥੱਲੇ ਸ਼ੇਰ ਸੁੱਤਾ ਪਿਆ ਹੈ। ਤੇ ਮਹਾਰਾਜ ਨੇ ਉਸ ਵੇਲੇ ਆਪਣੇ ਨਾਲਦਿਆਂ ਨੂੰ, ਜਿੰਨੇ ਵੀ ਸ਼ਿਕਾਰੀ ਸਨ, ਮੀਰ ਸ਼ਿਕਾਰੀ ਸਨ, ਸਾਰੇ ਹੀ ਬੰਦੂਕਾਂ ਵਾਲੇ ਸਨ, ਤਲਵਾਰਾਂ ਵਾਲੇ ਸਨ, ਸ਼ਸਤਰਾਂ ਵਾਲੇ ਸਨ, ਉਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਲਲਕਾਰ ਕੇ ਇੱਕ ਸੰਦੇਸ਼ ਦੇ ਰਹੇ ਨੇ, ਇੱਕ ਮੈਸੇਜ ਦੇ ਰਹੇ ਨੇ ਸਾਰੀ ਫੌਜ ਨੂੰ। ਉਹ ਸੁਣੋ, ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਕਲਗੀਧਰ ਦੇਖ ਕੇ ਉੱਚੇ ਕਹਿਓ ਪੁਕਾਰ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੇਖ ਲਿਆ ਵੀ ਸ਼ੇਰ ਉਹ 50 ਕਦਮਾਂ ਦੂਰੀ ਤੇ ਝਾੜੀਆਂ 'ਚ ਬੈਠਾ ਹੈ, ਤੇ ਉਹਨੇ ਦਹਾੜ ਮਾਰੀ। ਜਦੋਂ ਘੋੜੇ ਹਿਣਕੇ ਨਾ, ਪਹਿਲਾਂ ਤਾਂ ਸੁੱਤਾ ਪਿਆ ਸੀ ਰੱਜ ਕੇ, ਜਦੋਂ ਉਹਨੂੰ ਘੋੜਿਆਂ ਦੀ ਹਿਣਕਡਾਹਟ ਸੁਣਾਈ ਦਿੱਤੀ ਤੇ ਉਹਨੇ ਦਹਾੜ ਮਾਰੀ। ਬੜਾ ਗਰਜਿਆ ਉਹ, ਤੇ ਬੈਠਾ ਰਿਹਾ, ਵੇਖਦਾ ਰਿਹਾ ਵੀ ਮੇਰੇ ਆਲੇ ਦੁਆਲੇ ਬੰਦੇ ਆ ਗਏ ਨੇ, ਘੋੜਿਆਂ ਵਾਲੇ ਆ ਗਏ ਨੇ। ਤੇ ਸਤਿਗੁਰੂ ਪਾਤਸ਼ਾਹ ਨੇ ਸ਼ੇਰ ਨੂੰ ਪਛਾਣ ਲਿਆ ਵੀ ਉਹ ਹੀ ਬੈਠਾ ਹੈ। ਤੇ ਉੱਚਾ ਸੱਚੇ ਪਾਤਸ਼ਾਹ ਆਪਣੇ ਸਾਥੀਆਂ ਨੂੰ ਕਹਿੰਦੇ ਹਨ, ਛੋੜੋ ਨਹੀਂ ਤੁਫੰਗ ਕੋ, ਟਿਕੇ ਰਹੋ ਬਨਲਾਰ। ਮਹਾਰਾਜ ਆਪਣੇ ਸਾਰੇ ਸਾਥੀਆਂ ਨੂੰ, ਰਾਜਾ ਫਤਿਹ ਸ਼ਾਹ ਦੀ ਫੌਜ ਨੂੰ ਵੀ, ਰਾਜਾ ਮੇਦਨੀ ਪ੍ਰਕਾਸ਼ ਦੀ ਫੌਜ ਨੂੰ ਵੀ, ਤੇ ਜਿਹੜੇ ਮਹਾਰਾਜ ਦੇ ਨਾਲ ਸਿੱਖ ਸੂਰਮੇ ਸਨ ਉਹਨਾਂ ਨੂੰ ਕਹਿੰਦੇ ਨੇ, ਬਈ ਕਿਸੇ ਨੇ ਗੋਲੀ ਨਹੀਂ ਚਲਾਣੀ, ਕਿਸੇ ਨੇ ਵੀ ਸ਼ੇਰ ਦੇ ਉੱਤੇ ਗੋਲੀ ਨਾਲ ਜਾਂ ਤੀਰ ਨਾਲ ਵਾਰ ਨਹੀਂ ਕਰਨਾ। ਜਿੱਥੇ ਵੀ ਖੜੇ ਹੋ ਲਾਰਾ ਲਾ ਕੇ ਕਤਾਰ ਬੰਨ੍ਹ ਕੇ ਟਿਕੇ ਰਹੋ, ਆਪਣਾ ਬਚਾਅ ਰੱਖੋ, ਕਿਉਂਕਿ ਜਦੋਂ ਉਹਨੇ ਹਮਲਾ ਕਰਨਾ ਹੈ, ਕਿਸੇ ਪਾਸੇ ਵੀ ਹਮਲਾ ਕਰ ਸਕਦਾ ਹੈ। ਆਪਣਾ ਬਚਾਅ ਜ਼ਰੂਰ ਰੱਖੋ, ਪਰ ਇਹ ਸਾਡਾ ਹੁਕਮ ਹੈ, ਕੋਈ ਗੋਲੀ ਨਹੀਂ ਚਲਾਏਗਾ ਸ਼ੇਰ ਉੱਤੇ। ਚੌਪਈ ਦੋਨੋਂ ਨਿਰਪਸਯੁਤ ਸੈਨਾ ਸਾਰੀ। ਦੋਵੇਂ ਰਾਜਾ ਫਤਿਹ ਸ਼ਾਹ ਤੇ ਰਾਜਾ ਮੇਦਨੀ ਪ੍ਰਕਾਸ਼ ਆਪਣੀਆਂ ਫੌਜਾਂ ਸਮੇਤ ਹੇਤ ਬੰਗਾਰਨ ਗਿਰਾ ਉਚਾਰੀ। ਕੋਲ ਖੜੇ ਸਨ। 10ਵੇਂ ਪਾਤਸ਼ਾਹ ਨੇ ਸਾਰੀ ਫੌਜ ਨੂੰ ਵੰਗਾਰ ਕੇ ਆਖਿਆ, ਏਕ ਸੁਭਟਲੇ ਖੜਗ ਸੁਢਾਲ। ਮਹਾਰਾਜ ਕਹਿੰਦੇ, ਆਓ ਬਈ ਕੋਈ ਮਾਈ ਦਾ ਲਾਲ ਸਾਹਮਣੇ ਆਓ, ਹੁਣ ਕੋਈ ਸੂਰਮਾ ਨਿੱਤਰੋ, ਹੱਥ ਵਿੱਚ ਢਾਲ ਤਲਵਾਰ ਲੈ ਕੇ ਇਹਦਾ ਮੁਕਾਬਲਾ ਕਰੋ। ਲਲਕਾਰ ਸਭ ਆਗੇ ਚਾਲ। ਆਓ ਅੱਗੇ ਨਿਕਲੋ, ਹੁਣ ਕੋਈ ਜਿਹੜਾ ਸ਼ਸਤਰ ਵਿਦਿਆ ਦਾ ਆਪਣੇ ਆਪ ਨੂੰ ਮਾਹਰ ਸਮਝਦਾ ਹੈ, ਜਿਹੜਾ ਢਾਲ ਤਲਵਾਰ ਦਾ ਕੋਈ ਧਨੀ ਹੈ, ਉਹ ਆਓ ਸਾਹਮਣੇ, ਇਹਨੂੰ ਲਲਕਾਰੋ। ਲਲਕਾਰ ਕੇ ਮਾਰਨਾ ਹੈ ਇਹਨੂੰ, ਗੋਲੀ ਨਾਲ ਤੇ ਤੀਰ ਨਾਲ ਨਹੀਂ ਮਾਰਨਾ। ਗੋਲੀ ਨਾਲ ਤਾਂ ਦੂਰੋਂ ਕੋਈ ਵੀ ਮਾਰ ਸਕਦਾ। ਮਹਾਰਾਜ ਕਹਿੰਦੇ ਇਹ ਵੀ ਸੂਰਮਾ ਹੈ, ਤੇ ਸੂਰਮੇ ਨੂੰ ਲਲਕਾਰ ਕੇ ਕੋਈ ਸੂਰਮਾ ਹੀ ਮਾਰੇ ਤਾਂ ਚੰਗਾ ਹੈ। ਛਾਰ ਸਹਾਰ ਵਾਰ ਕਰਵਾਰ। ਕੋਈ ਇਹੋ ਜਿਹਾ ਮਾਈ ਦਾ ਲਾਲ ਨਿੱਤਰੋ ਜਿਹੜਾ ਇਹਦੀ ਛਾਲ ਨੂੰ ਆਪਣੀ ਢਾਲ ਤੇ ਰੋਕੇ। ਵੈਸੇ ਸਾਧ ਸੰਗਤ ਜੀ, ਸ਼ੇਰ ਦੀ ਚਪੇੜ ਸਹਿਣੀ ਬੜੀ ਔਖੀ ਹੈ, ਬਹੁਤ ਜ਼ਿਆਦਾ ਤਾਕਤ ਹੁੰਦੀ ਹੈ, ਤੇ ਉਹਦੇ ਪੈਰੋਂ ਕੱਢ ਦਿੰਦਾ ਭਾਵੇਂ ਜਿੱਡਾ ਮਰਜ਼ੀ ਕੋਈ ਮੱਲ ਹੋਵੇ। ਤੇ ਮਹਾਰਾਜ ਕਹਿੰਦੇ ਕੋਈ ਹੋਵੇ ਮਾਈ ਦਾ ਲਾਲ ਜਿਹੜਾ ਇਹਦੀ ਛਾਲ ਨੂੰ ਰੋਕੇ ਢਾਲ ਦੇ ਉੱਤੇ, ਤੇ ਤੇਗ ਦੇ ਨਾਲ ਇਹਦੇ 2 ਟੋਟੇ ਕਰ ਦਵੇ। ਕਰ ਹੈ ਜੁੱਧ ਲੈ ਕੇ ਹਰ ਮਾਰ। ਮਹਾਰਾਜ ਕਹਿੰਦੇ ਇਹਦੇ ਨਾਲ ਮੁਕਾਬਲਾ ਕਰਨਾ, ਢਾਲ ਤਲਵਾਰ ਨਾਲ ਕਰਨਾ। ਆਓ ਕੋਈ ਸੂਰਮਾ। ਦੋਵਾਂ ਪਾਸਿਆਂ ਦੀ ਫੌਜ ਦੇ ਜਰਨੈਲ ਖੜੇ ਨੇ। ਰਾਜਾ ਮੇਦਨੀ ਪ੍ਰਕਾਸ਼ ਦੀ ਫੌਜ ਖੜੀ ਹੈ, ਰਾਜਾ ਫਤਿਹ ਸ਼ਾਹ ਦੇ ਸੂਰਮੇ ਖੜੇ ਨੇ, 6-6 ਫੁੱਟੇ ਜਵਾਨ ਖੜੇ ਨੇ। ਮਹਾਰਾਜ ਕਹਿੰਦੇ ਆਓ ਕੋਈ ਸਾਹਮਣੇ। ਕਰ ਹੈ ਜੁੱਧ ਲੈ ਕੇ ਹਰ ਮਾਰ। ਮਹਾਰਾਜ ਕਹਿੰਦੇ ਕੋਈ ਯੁੱਧ ਨਾ ਕਰਕੇ ਢਾਲ ਤਲਵਾਰ ਨਾਲ ਇਹਦਾ ਮੁਕਾਬਲਾ ਕਰਕੇ ਇਹਨੂੰ ਮਾਰੇ। ਮੁਖ ਮੰਗੇ ਹਮ ਬਖਸ਼ੇ ਤਾਹੀ। ਮਹਾਰਾਜ ਕਹਿੰਦੇ ਜਿਹੜਾ ਇਹਨੂੰ ਢਾਲ ਤਲਵਾਰ ਨਾਲ ਮਾਰੇਗਾ ਨਾ, ਉਹ 32 ਦੰਦਾਂ ਤੋਂ ਜੋ ਮੰਗੇਗਾ ਅਸੀਂ ਦੇ ਦਿਆਂਗੇ। ਜੇ ਸੰਸਾਰ ਦਾ ਸੁੱਖ ਮੰਗੇਗਾ ਉਹ ਦੇਾਂਗੇ, ਜੇ ਪ੍ਰਲੋਕ ਦਾ ਮੰਗੇਗਾ ਉਹ ਦੇਾਂਗੇ। ਧਨ ਪਦਾਰਥ ਸੋਨਾ ਚਾਂਦੀ ਹੀਰੇ ਮੋਤੀ ਜੋ ਮੰਗੇਗਾ, ਹਾਥੀ ਘੋੜੇ ਜੋ ਮੰਗੇਗਾ, ਇਨਾਮ ਦੇਾਂਗੇ ਉਸ ਨੂੰ ਅਸੀਂ। ਨਿਕਸੈ ਤੀਰ ਧਾਰ ਉਰ ਮਾਹੀ। ਕੋਈ ਹੌਸਲੇ ਵਾਲਾ ਹੀ ਨਿਤਰੇ, ਕਿਉਂਕਿ ਸ਼ੇਰ ਦੇ ਸਾਹਮਣੇ ਜਾਣਾ ਹੈ। ਕੋਈ ਦਿਲ ਦਲੇਰ ਹੀ ਨਿਤਰੇਗਾ, ਕੋਈ ਹੌਸਲੇ ਵਾਲਾ ਹੀ ਆਏਗਾ। ਆਓ ਭਾਈ ਕੋਈ ਸੂਰਮਾ ਸ਼ੇਰ ਦਾ ਮੁਕਾਬਲਾ ਕਰਨ ਵਾਸਤੇ। ਸੁਨ ਕਰ ਫਤਿਹ ਸ਼ਾਹ ਬਚ ਬੋਲਾ। ਜਦੋਂ 10ਵੇਂ ਪਾਤਸ਼ਾਹ ਨੇ ਦੋਵਾਂ ਰਾਜਿਆਂ ਨੂੰ, ਉਹਨਾਂ ਦੀ ਫੌਜ ਨੂੰ ਵੰਗਾਰ ਪਾ ਦਿੱਤੀ, ਤੇ ਰਾਜਾ ਫਤਿਹ ਸ਼ਾਹ ਗੜਵਾਲੀਆ ਬੋਲਿਆ, ਪ੍ਰਭ ਜੀ ਕੇ ਹਰ ਓਜ ਅਤੋਲਾ। ਗੁਰੂ ਜੀ ਕੀ ਗੱਲ ਕਰਦੇ ਹੋ?
ਇਹ ਸ਼ੇਰ ਦਾ ਬਲ, ਇਹਦੀ ਕੱਦ ਕਾਠੀ ਦੱਸ ਰਹੀ ਹੈ ਵੀ ਇਹ ਕਿਸੇ ਕੋਲੋਂ ਝੱਲਿਆ ਜਾਣ ਵਾਲਾ ਨਹੀਂ ਹੈ। ਸਾਧ ਸੰਗਤ ਜੀ, ਉਹਦੇ ਅਗਲੇ ਪੰਜਿਆਂ ਤੋਂ ਪਿਛਲੇ ਪੰਜਿਆਂ ਤੱਕ ਦੀ ਲੰਬਾਈ ਜਦੋਂ ਫੈਲਦਾ ਸੀ ਨਾ, ਤਾਂ ਇਤਿਹਾਸ ਵਿੱਚ 14 ਫੁੱਟ ਲਿਖੀ ਹੈ। ਉਹ 14 ਫੁੱਟ, ਹੁਣ ਦੱਸੋ ਬੰਦਾ ਕਿਹੜਾ ਉਹਦਾ ਜਦੋਂ ਮਾਰੇਗਾ ਉੱਪਰੋਂ ਆ ਕੇ ਕਿਹੜਾ ਚਾਲ ਚੱਲੇਗਾ। ਸੋ ਐਡਾ ਵੱਡਾ ਮਹਾਰਾਜ ਬਲੀ ਸ਼ੇਰ ਹੈ, ਇਹਦਾ ਬੰਦਾ ਨਹੀਂ ਮੁਕਾਬਲਾ ਕਰ ਸਕਦਾ। ਹੋਏ ਸਾਵਧਾਨ ਵਾਰ ਪੁਨ ਘਾਲੈ, ਕਿਉਂਕਿ ਇਹਨੇ ਵਾਰ ਬੜਾ ਜ਼ੋਰ ਦਾ ਕਰਨਾ, ਇਹਨੇ ਚਪੇੜ ਬੜੇ ਜ਼ੋਰ ਦੀ ਮਾਰਨੀ ਦੋ ਪੰਜਿਆਂ ਨਾਲ। ਕੌਣ ਝੱਲੇਗਾ ਮਹਾਰਾਜ? ਫਿਰ ਇਹਦੀ ਢਾਲ ਉੱਤੇ ਤੁਸੀਂ ਕਹਿੰਦੇ ਹੋ ਪੰਜੇ ਰੋਕ ਕੇ ਫਿਰ ਤਲਵਾਰ ਵੀ ਮਾਰਨੀ ਹੈ। ਤਲਵਾਰ ਨਾਲ ਤਾਂ ਮਹਾਰਾਜ ਇਹਨੂੰ ਮਾਰਨਾ ਬੜਾ ਔਖਾ ਹੈ। ਚਰਨ ਕਾਲ ਕੋ ਇਤ ਉਤ ਫਿਰੈ, ਕਿਉਂਕਿ ਇਹ ਬੜੇ ਚਿਰਾਂ ਦਾ ਇੱਧਰ ਫਿਰਦਾ ਹੈ, ਸ਼ਿਕਾਰ ਖਾ ਖਾ ਕੇ ਰੱਜਿਆ ਹੋਇਆ, ਬੜਾ ਤਗੜਾ ਸ਼ੇਰ ਹੈ ਮਹਾਰਾਜ। ਨਹਿ ਕੋ ਧਿਰ ਧਰ ਆਗੇ ਤਰੈ, ਮਹਾਰਾਜ ਕੋਈ ਧੀਰਜ ਵਾਲਾ ਹੌਸਲੇ ਵਾਲਾ ਹੈ ਨਹੀਂ ਜਿਹੜਾ ਇਹਦੇ ਸਾਹਮਣੇ ਖੜ ਜਾਵੇ। ਸਾਡਾ ਤਾਂ ਹੁਣੇ ਹੀ ਦਿਲ ਡਰਨ ਲੱਗ ਪਿਆ ਗੁਰੂ ਜੀ। ਇਹ ਸ਼ੇਰ ਦੇ ਸਾਹਮਣੇ ਬੰਦਾ ਕਿਵੇਂ ਖਲੋਏਗਾ, ਬੰਦਾ ਕਿਵੇਂ ਦਾ ਮੁਕਾਬਲਾ ਕਰੇਗਾ? ਇਹ ਅਸੰਭਵ ਬਾਤ ਹੈ, ਔਖੀ ਗੱਲ ਹੈ ਗੁਰੂ ਜੀ। ਸੈਲਨ ਦੇਸ਼ ਬਿਖੈ ਬਖਿਆਤ, ਮਹਾਰਾਜ ਸ਼ੇਰ ਦੀ ਸਾਰੇ ਪਹਾੜਾਂ ਵਿੱਚ ਧਾਕ ਪਈ ਹੋਈ ਹੈ। ਅਸੀਂ ਪਹਿਲਾਂ ਵੀ ਇਹਦੇ ਬਾਰੇ ਬੜਾ ਸੁਣਿਆ ਹੋਇਆ। ਇਹਦਾ ਅਜੇ ਤਾਈਂ ਕੋਈ ਸ਼ਿਕਾਰ ਨਹੀਂ ਕਰ ਸਕਿਆ, ਇਹਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ। ਇਹਦੇ ਮਹਾਰਾਜ ਹਾਥੀਆਂ ਨੂੰ ਪਾੜ ਖਾਂਦਾ ਹੈ, ਇਹਦੇ ਅੱਗੇ ਕੋਈ ਨਹੀਂ ਖੜ ਸਕਦਾ। ਕਿਸ ਹੋ ਨਹਿ ਕੀਨੋ ਏਕਾਤ, ਅਜੇ ਤੱਕ ਤੇ ਕਿਸੇ ਕੋਲੋਂ ਮਰਿਆ ਨਹੀਂ ਮਹਾਰਾਜ, ਤੇ ਗੋਲੀ ਨਾਲ ਨਹੀਂ ਮਰਦਾ। ਕਿਉਂਕਿ ਗੋਲੀ ਵੀ ਜਿਹੜੀ ਸ਼ੇਰ ਨੂੰ ਮਾਰਨੀ ਹੈ ਨਾ, ਉਹ ਵੀ ਹੌਸਲੇ ਨਾਲ ਮਾਰੀ ਜਾਂਦੀ, ਸੌਖਾ ਕੰਮ ਨਹੀਂ। ਜੇ ਆਪਾਂ ਕਹੀਏ ਨਾ ਬੰਦੂਕ ਲੈ ਕੇ ਅਸੀਂ ਜਾ ਕੇ ਸ਼ੇਰ ਨੂੰ ਮਾਰ ਲਾਂਗੇ, ਬੜਾ ਔਖਾ। ਕਿਉਂਕਿ ਗੋਲੀ ਜਿੱਥੋਂ ਆਉਂਦੀ ਉੱਥੇ ਹੀ ਜਾਂਦਾ ਸਿੱਧਾ ਦੌੜ ਕੇ। ਇੱਕ ਗੋਲੀ ਮਾਰ ਲਾਂਗੇ, ਦੂਜੀ ਤੱਕ ਉਹਨੇ ਆ ਕੇ ਢਾਹ ਲੈਣਾ। ਇਸ ਕਰਕੇ ਮਹਾਰਾਜ ਇਹ ਮਰਦਾ ਨਹੀਂ ਕਿਸੇ ਤੋਂ, ਬੜੇ ਚਿਰਾਂ ਦਾ ਇੱਥੇ ਫਿਰਦਾ ਹੈ। ਉਹ ਹੈ ਸਮਰਾਵਰ ਕੇ ਕਹੋ, ਮਹਾਰਾਜ ਆਪ ਜੀ ਦੇ ਬਚਨ ਦੇ ਮੁਤਾਬਕ ਇਹਦੇ ਮੁਕਾਬਲੇ ਤੇ ਕੌਣ ਹੋ ਸਕਦਾ? ਤੁਸੀਂ ਤਾਂ ਤੁਸੀਂ ਹੋ ਮਹਾਰਾਜ, ਪਰ ਹੋਰ ਨਹੀਂ ਇਹਦਾ ਕੋਈ ਮੁਕਾਬਲਾ ਕਰ ਸਕਦਾ। ਤਰੁਣ ਬੈਸ ਬਲ ਸਮਰਥ ਅਹੋ, ਮਹਾਰਾਜ ਤੁਸੀਂ ਜਵਾਨੀ ਦੀ ਉਮਰ ਵਿੱਚ ਸੂਰਮੇ ਹੋ ਸਕਦਾ ਤੁਸੀਂ ਇਹਦਾ ਮੁਕਾਬਲਾ ਕਰ ਲਓ, ਪਰ ਹੋਰ ਮੇਰੀ ਨਿਗਾਹ ਵਿੱਚ ਸਾਡੀਆਂ ਫੌਜਾਂ ਦੇ ਵਿੱਚ ਇਹੋ ਜਿਹਾ ਕੋਈ ਸੂਰਮਾ ਨਹੀਂ ਜਿਹੜਾ ਢਾਲ ਤਲਵਾਰ ਨਾਲ ਇਹਦਾ ਮੁਕਾਬਲਾ ਕਰ ਸਕੇ। ਨਾ ਹੈ ਤਾਂ ਚੱਲਣੇ ਦਿਓ ਤੁਫੰਗ, ਨਹੀਂ ਤਾਂ ਫਿਰ ਗੋਲੀ ਚਲਾਣ ਦਿਓ ਮਹਾਰਾਜ, ਇਹਨੂੰ ਬੈਠੇ ਬੈਠੇ ਨੂੰ ਮਾਰ ਦਈਏ। ਇਹਨੂੰ ਬੰਦੇ ਦੇ ਮੁਕਾਬਲੇ ਵਾਲੀ ਗੱਲ ਹੀ ਨਹੀਂ ਹੈ। ਜੇ ਤੁਸੀਂ ਆਪ ਸ਼ੌਂਕ ਰੱਖਦੇ ਹੋ ਤਾਂ ਮੈਂ ਕਹਿ ਨਹੀਂ ਸਕਦਾ, ਪਰ ਇਹ ਵੀ ਔਖਾ ਲੱਗਦਾ ਗੁਰੂ ਜੀ। ਮੇਰੀ ਮੰਨੋ, ਮੇਰੀ ਬੇਨਤੀ ਮੰਨੋ, ਗੋਲੀ ਚਲਾਣ ਦਿਓ ਤੇ ਇਹਨੂੰ ਗੋਲੀਆਂ ਨਾਲ ਮਾਰ ਦਈਏ। ਗੁਲਕਾਂ ਬ੍ਰਿੰਦ ਲਗੇ ਇੱਕ ਸੰਗ, ਇੱਕੋ ਵਾਰੀ ਫਾਇਰਿੰਗ ਖੋਲ ਦਈਏ, 10-20 ਬੰਦੂਕਾਂ ਇਕੱਠੀਆਂ ਚਲਾ ਦਈਏ। ਜਦੋਂ 5-10 ਗੋਲੀਆਂ ਇਹਨੂੰ ਲੱਗਣਗੀਆਂ, ਇਹ ਡਿੱਗ ਪਵੇਗਾ, ਮਰ ਜਾਵੇਗਾ। ਜੇ ਹੱਥ ਹੋਏ ਪਰੈ ਤਨ ਉੱਪਰ, ਮਹਾਰਾਜ ਜੇ ਮਾਰਿਆ ਗਿਆ ਤੇ ਇਹਦਾ ਸਰੀਰ ਧਰਤੀ ਤੇ ਡਿੱਗ ਪਿਆ, ਨਤ ਪਹੁੰਚਿਓ ਜਾਨੋ ਕਿਸ ਉੱਪਰ। ਬੜੀ ਚੰਗੀ ਗੱਲ ਹੈ। ਗੋਲੀ ਸਿਰ 'ਚ ਲੱਗ ਜਾਵੇ, ਗੋਲੀ ਟਿਕਾਣੇ ਤੇ ਲੱਗ ਜਾਵੇ ਤੇ ਡਿੱਗ ਪਵੇ ਤਾਂ ਚੰਗੀ ਗੱਲ ਹੈ, ਪਰ ਮਹਾਰਾਜ ਮੈਨੂੰ ਇਹਦੇ ਵਿੱਚ ਵੀ ਖਤਰਾ ਲੱਗਦਾ। ਜੇ ਗੋਲੀ ਟਿਕਾਣੇ ਸਿਰ ਨਾ ਲੱਗੀ ਤਾਂ ਕਿਸੇ ਦੇ ਉੱਤੇ ਆਇਆ ਹੀ ਸਮਝੋ। ਇਹਨੇ ਛਾਲ ਮਾਰ ਕੇ ਆਉਣਾ, ਬਿਜਲੀ ਵਰਗੀ ਸਪੀਡ ਹੁੰਦੀ ਹੈ ਹੱਥ ਤੇ ਦੀ ਕੋਟਾ ਸ਼ੇਰ ਦੀ। ਇਹਦੀ ਜਿਵੇਂ ਬਿਜਲੀ ਦਾ ਇੱਥੋਂ ਬਟਨ ਦੱਬੀਏ ਨਾ ਤੇ ਉੱਥੇ ਬਲਬ ਜਗ ਜਾਂਦਾ, ਇੰਨੀ ਸਪੀਡ ਨਾਲ ਇਹ ਹਮਲਾ ਕਰ ਦਿੰਦਾ। ਮਹਾਰਾਜ ਕੀ ਪਤਾ ਕਿਹੜੇ ਤੇ ਆ ਪਵੇ, ਕਿਹਨੂੰ ਪਾੜ ਖਾਵੇ। ਕਿਉਂ ਆਪਣੇ ਬੰਦੇ ਮਰਵਾਨੇ ਆ ਗੁਰੂ ਜੀ, ਇਹਨੂੰ ਗੋਲੀ ਨਾਲ ਹੀ ਮਾਰਨ ਦਿਓ। ਮਿਲਿਓ ਬੀਚ ਤਬ ਮੁਸ਼ਕਲ ਮਾਰਨ, ਜੇ ਕਿਤੇ ਬੰਦਿਆਂ ਦੇ ਵਿੱਚ ਆ ਗਿਆ, ਆਪਾਂ ਥੋੜੀ ਦੇਰੀ ਕਰਤੀ, ਆਪਾਂ ਸੋਚਦੇ ਰਹਿ ਗਏ, ਇਹ ਸਾਡੇ ਵਿੱਚ ਆ ਗਿਆ, ਫਿਰ ਇਹਨੂੰ ਗੋਲੀ ਨਾਲ ਮਾਰਨਾ ਵੀ ਔਖਾ ਹੋ ਜਾਣਾ। ਕਿਉਂ? ਅਸੀਂ ਜਦੋਂ ਬੰਦਿਆਂ ਦੇ ਵਿੱਚ ਕੋਈ ਚੀਜ਼ ਆ ਜਾਂਦੀ ਹੈ, ਸ਼ੇਰ ਵਗੈਰਾ, ਤੇ ਉਹਨੂੰ ਗੋਲੀ ਇਹ ਸੋਚ ਕੇ ਮਾਰਾਂਗੇ ਵੀ ਇਹਨੂੰ ਹੀ ਲੱਗੇ, ਬੰਦੇ ਨੂੰ ਨਾ ਲੱਗੇ। ਕਿਸੇ ਬੰਦੇ ਨੂੰ ਹੀ ਗੋਲੀ ਲੱਗ ਗਈ, ਸਾਡੇ ਨੂੰ, ਆਪਣੇ ਬੰਦੇ ਨੂੰ ਆਪ ਹੀ ਮਾਰ ਪਈਏ। ਇਸ ਕਰਕੇ ਮਹਾਰਾਜ ਦੂਰ ਹੀ ਬੈਠਾ ਅਜੇ ਝਾੜੀਆਂ ਦੇ ਵਿੱਚ, ਇਹਨੂੰ ਸਾਨੂੰ ਗੋਲੀ ਮਾਰ ਕੇ ਦੂਰ ਹੀ ਮਾਰ ਲੈਣ ਦਿਓ, ਬੈਠਾ ਹੀ ਮਾਰ ਲੈਣ ਦਿਓ, ਇਹਨੂੰ ਉੱਠਣ ਨਾ ਦਿਓ ਗੁਰੂ ਜੀ। ਕਰਹਿ ਪ੍ਰਹਾਰ ਅਨਿਕ ਕਰਵਾਰਨ, ਮਹਾਰਾਜ ਜਦੋਂ ਇਹ ਆਵੇਗਾ, ਕਹਿੰਦੇ ਆਪਾਂ ਬੇਸ਼ੱਕ ਤਲਵਾਰਾਂ ਮਾਰਾਂਗੇ, ਬਰਛੀਆਂ ਮਾਰਾਂਗੇ ਨੇੜੇ ਆਏ ਨੂੰ,
ਪਰ ਇਹ ਫੇਰ ਵੀ ਕਈਆਂ ਨੂੰ ਪਾੜ ਖਾਏਗਾ। ਤਬ ਕਲਗੀ ਧਰ ਦੇਖੇ ਸਭੈ। ਸੱਚੇ ਪਾਤਸ਼ਾਹ ਰਾਜੇ ਫਤਿਹ ਸ਼ਾਹ ਦੀ ਗੱਲ ਸੁਣ ਕੇ ਆਪਣੀ ਫੌਜ ਵੱਲ ਵੇਖਿਆ, ਰਾਜੇ ਫਤਿਹ ਸ਼ਾਹ ਦੀ ਫੌਜ ਵੱਲ ਵੇਖਿਆ, ਰਾਜੇ ਬੇਦਨੀ ਪ੍ਰਕਾਸ਼ ਦੀ ਫੌਜ ਵੱਲ ਵੇਖਿਆ, ਜਿੰਨੇ ਵੀ ਸੂਰਮੇ ਸੀ ਸਾਰਿਆਂ ਦੇ ਉੱਤੇ ਨਿਗਾਹ ਸੁੱਟੀ ਸਤਿਗੁਰੂ ਜੀ ਨੇ। ਨਿਕ ਸਿਓ ਨਹਿ ਕੋ ਜੋਧਾ ਜਬੈ। ਪਰ ਜਦੋਂ ਸਾਰਿਆਂ ਨੇ ਨਿਗਾਹ ਨੀਵੀਂ ਕਰ ਲਈ, ਕੋਈ ਯੋਧਾ ਨਹੀਂ ਸਾਹਮਣੇ ਆਇਆ ਉਹਦਾ ਮੁਕਾਬਲਾ ਕਰਨ ਲਈ। ਨਿਜ ਹਾਥੀ ਕੋ ਕਹਿ ਬਿਠਵਾਇਬ। ਤਾਂ ਗੁਰੂ ਸਾਹਿਬ ਜੀ ਨੇ ਆਪਣੇ ਮੁਹਾਵਤ ਨੂੰ ਕਿਹਾ ਵੀ ਸਾਡਾ ਹਾਥੀ ਬਿਠਾ ਦੇ ਹੁਣ ਥੱਲੇ। ਹਾਥੀ ਦੇ ਸਨ ਮਹਾਰਾਜ, ਮੁਹਾਵਤ ਨੇ ਹਾਥੀ ਦਾ ਕੰਨ ਮਰੋੜਿਆ, ਹਾਥੀ ਥੱਲੇ ਬੈਠ ਗਿਆ। ਚਾਹੇ ਆਪਨੋ ਬਲ ਦਿਖਰਾਇਬ। ਹੁਣ ਕਲਗੀਧਰ ਪਾਤਸ਼ਾਹ ਆਪਣੇ ਜੌਹ ਦਿਖਾਣ ਲੱਗੇ ਆ, ਆਪਣਾ ਜਾਹੋ ਜਲਾਲ ਵਿਖਾਣ ਲੱਗੇ ਆ ਵੀ ਸ਼ਿਕਾਰ ਖੇਡੀ ਦਾ ਇਵੇਂ ਖੇਡੀ ਦਾ ਹੈ। ਹੋਦੇ ਵਿਖੇ ਧਰਿਓ ਤਨ ਪਾਥਾ। ਆਪਣਾ ਤੀਰ ਕਮਾਨ ਤੇ ਆਪਣਾ ਤੀਰਾਂ ਦਾ ਪੱਥਾ ਮੋਢੇ ਤੋਂ ਲਾਹ ਕੇ ਗੁਰੂ ਸਾਹਿਬ ਨੇ ਉਸੇ ਹੌਦੇ ਵਿੱਚ, ਜਿਹੜਾ ਹਾਥੀ ਦੇ ਉੱਤੇ ਹੁੰਦਾ ਨਾ ਉਹਨੂੰ ਹੌਦਾ ਕਹਿੰਦੇ, ਉਹਦੇ ਵਿੱਚ ਜਿਵੇਂ ਘੋੜੇ ਦੀ ਕਾਠੀ ਹੁੰਦੀ ਆ, ਹਾਥੀ ਦਾ ਹੌਦਾ ਹੁੰਦਾ, ਉਹਦੇ ਵਿੱਚ ਬੈਠੇ ਸਨ ਸਤਿਗੁਰੂ। ਆਪਣਾ ਤੀਰ ਕਮਾਨ, ਤੀਰਾਂ ਦਾ ਪੱਥਾ ਸਤਿਗੁਰੂ ਜੀ ਨੇ ਹੌਦੇ ਦੇ ਵਿੱਚ ਲਾ ਕੇ ਰੱਖ ਦਿੱਤਾ। ਖੜਗ ਸਿਪਰ ਗਹਿਲੀਨ ਸਹਾਥਾ। ਤੇ ਢਾਲ ਤਲਵਾਰ ਸੱਚੇ ਪਾਤਸ਼ਾਹ ਜੀ ਨੇ ਲੈ ਲਈ, ਇੱਕ ਖੱਬੇ ਹੱਥ ਵਿੱਚ ਢਾਲ ਸਜਾ ਲਈ। ਨੰਦ ਚੰਦ ਆਦਿਕ ਪੰਜ ਭਰਾਤਾ। ਗੁਰੂ ਸਾਹਿਬ ਜੀ ਦੇ ਨਾਲ ਦੀਵਾਨ ਨੰਦ ਚੰਦ ਤੇ ਗੁਰੂ ਸਾਹਿਬ ਦੀ ਭੂਆ ਦੇ ਪੰਜੇ ਪੁੱਤਰ ਭਾਈ ਸੰਗੋ ਸ਼ਾਹ, ਜੀਤਮਲ, ਮਾਰੀ ਚੰਦ, ਇਹ ਵੀ ਖੜੇ ਸਨ। ਦੇਖਿਓ ਗੁਰੂ ਵੀਰ ਰਸ ਰਾਤਾ। ਇਹਨਾਂ ਸਾਰਿਆਂ ਗੁਰੂ ਸਾਹਿਬ ਦੇ ਯੋਧਿਆਂ ਨੇ ਵੇਖਿਆ ਵੀ ਮਹਾਰਾਜ ਦੇ ਨੇਤਰ ਹੁਣ ਲਾਲ ਹੋ ਗਏ ਨੇ, ਮਹਾਰਾਜ ਹੁਣ ਵੀਰ ਰਸ ਵਿੱਚ ਆ ਗਏ ਨੇ। ਸਹਿਜ ਕਿਰਪਾਲ ਸੋ ਚਹਤ ਹਟਾਏ। ਮਾਮਾ ਕਿਰਪਾਲ ਚੰਦ ਵੀ ਸੀ। ਮਾਮਿਆਂ ਨੂੰ ਤੇ ਆਪਣੇ ਭਾਣਜਿਆਂ ਨਾਲ ਬਹੁਤ ਹੀ ਪਿਆਰ ਹੁੰਦਾ ਹੈ, ਤੇ ਮਾਮਾ ਕਿਰਪਾਲ ਚੰਦ ਨੇ ਵੇਖਿਆ ਮੇਰਾ ਭਾਣਜਾ ਕਲਗੀਆਂ ਵਾਲਾ ਸ਼ਿਕਾਰ ਬੜਾ ਖਤਰਨਾਕ ਖੇਡਣ ਚੱਲੇ ਨੇ, ਤੇ ਉਹ ਵੀ ਕਹਿੰਦੇ ਆ ਵੀ ਮਹਾਰਾਜ ਨਾ ਜਾਓ। ਭਾਈ ਨੰਦ ਚੰਦ ਵੀ ਕਹਿੰਦਾ ਨਾ ਮਹਾਰਾਜ ਤੁਸੀਂ ਨਾ ਜਾਓ। ਭਾਈ ਸੰਗੋ ਸ਼ਾਹ ਕਹਿੰਦਾ ਨਾ ਮਹਾਰਾਜ ਤੁਸੀਂ ਨਾ ਜਾਓ। ਕਹਿਓ ਨਾ ਜਾਏ ਤੇਜ ਤਿਪਦਾਏ। ਪਰ ਕਹਿ ਨਹੀਂ ਸਕਦੇ, ਰੋਕ ਵੀ ਨਹੀਂ ਸਕਦੇ, ਪਰ ਡਰ ਗਏ ਮਨ ਦੇ ਵਿੱਚ ਵੀ ਗੁਰੂ ਸਾਹਿਬ ਕਿਉਂ ਸ਼ਿਕਾਰ ਨੂੰ ਚੱਲੇ ਨੇ। ਨਾਹਣੇ ਸ਼ਿਕਾਰ ਜੋੜ ਉਚਾਰਾ। ਤੇ ਨਾਣ ਦੇ ਰਾਜੇ ਨੇ ਫਿਰ ਹੱਥ ਜੋੜ ਕੇ ਮੇਦਨੀ ਪ੍ਰਕਾਸ਼ ਨੇ ਆਖਿਆ ਗਨ ਗੁਲ ਕਾਂ ਤਜ ਲੇਹ ਸੰਘਾਰਾ। ਮਹਾਰਾਜ ਛੱਡੋ, ਗੋਲੀਆਂ ਮਾਰ ਲੈਣ ਦਿਓ, ਗੋਲੀਆਂ ਨਾਲ ਮਾਰ ਲੈਨੇ ਆ, ਹੁਣੇ ਮਾਰ ਲੈਨੇ ਆ ਸ਼ੇਰ ਨੂੰ, ਤੁਸੀਂ ਇਹਦੇ ਸਾਹਮਣੇ ਇਕੱਲੇ ਨਾ ਜਾਓ। ਪਸ਼ ਕੇ ਸਮੁਖ ਆਪ ਕਿਉਂ ਜਾਵੋ। ਇਹ ਪਸ਼ੂ ਹੈ, ਇਹਦਾ ਕੋਈ ਦਿਮਾਗ ਥੋੜਾ, ਪਸ਼ੂ ਹੈ, ਇਹਨੂੰ ਕੀ ਪਤਾ ਕੌਣ। ਮਹਾਰਾਜ ਆਪ ਪਸ਼ੂ ਦੇ ਸਾਹਮਣੇ ਕਿਉਂ ਜਾਂਦੇ ਹੋ। ਕਹੋ ਤਨੁਕ ਕੋ ਬਾਣ ਚਲਾਵੋ। ਜਾਂ ਫਿਰ ਆਪ ਤੀਰ ਕਮਾਨ ਦੇ ਨਾਲ ਸਿੱਧਾ ਤੀਰ ਇਹਦੇ ਸਿਰ 'ਚ ਮਾਰੋ, ਦਿਮਾਗ ਵਿੱਚ ਮਾਰੋ, ਉੱਥੇ ਚਿੱਤ ਕਰ ਦਿਓ। ਸਤਿਗੁਰ ਬੋਲੇ ਵਿਖੋ ਤਮਾਸ਼ਾ। ਮਹਾਰਾਜ ਕਹਿਣ ਲੱਗੇ ਡਰੋ ਨਾ, ਤਮਾਸ਼ਾ ਵੇਖੋ। ਇਸ ਤੇ ਕਹਾਂ ਕਰੇ ਹਮ ਤਰਾਸਾ। ਮਹਾਰਾਜ ਕਹਿੰਦੇ ਇਸ ਬਿੱਲੇ ਤੋਂ ਅਸੀਂ ਕਿਹੜਾ ਡਰਦੇ ਆ, ਇਹ ਸਾਡੇ ਵਾਸਤੇ ਕੀ ਚੀਜ਼ ਹੈ। ਇਮ ਕਹਿ ਆਗੇ ਪ੍ਰਭੂ ਸਿਧਾਰੇ। ਇਸ ਤਰ੍ਹਾਂ ਕਹਿ ਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਢਾਲ ਤਲਵਾਰ ਲੈ ਕੇ ਜਿੱਧਰੋਂ ਬਿਹੜੇ ਦੇ ਰੁੱਖ ਥੱਲੇ ਬੈਠਾ ਸੀ ਨਾ ਝਾੜੀਆਂ ਦੇ ਵਿੱਚ, ਮਹਾਰਾਜ ਉਹਦੀਆਂ ਝਾੜੀਆਂ ਵੱਲ ਚੱਲ ਪਏ। ਖਰੇ ਦੂਰ ਲੋ ਦੇਖਤ ਸਾਰੇ। ਔਰ ਸਾਰੇ ਮਹਾਰਾਜ ਦੇ ਵੱਲ ਵੇਖ ਰਹੇ ਸਨ ਵੀ ਗੁਰੂ ਸਾਹਿਬ ਕੀ ਕਰਨ ਲੱਗੇ ਆ। ਕਿੱਡੀ ਖਤਰਨਾਕ ਗੇਮ ਹੈ ਇਹ, ਕਿੱਡਾ ਔਖਾ ਕੰਮ ਹੈ ਜਿਹੜਾ ਗੁਰੂ ਸਾਹਿਬ ਕਰਨ ਲੱਗੇ ਹਨ। ਕੇ ਚਿਤ ਕਹੈ ਕਹਾਂ ਗੁਰ ਕਰਿਓ। ਕਈ ਕਹਿੰਦੇ ਗੁਰੂ ਸਾਹਿਬ ਬਹੁਤ ਗਲਤ ਲੱਗੇ ਕੰਮ ਕਰਨ, ਇਹ ਕੀ ਕਰਨ ਲੱਗੇ ਐ। ਕੇਹਰ ਨਿਕਟ ਜਾਨ ਹਟ ਧਰਿਓ। ਸ਼ੇਰ ਦੇ ਕੋਲ ਜਾਣ ਦਾ ਹੱਠ ਕਰ ਲਿਆ। ਇਹ ਕੋਈ ਮਜ਼ਾਕ ਹੈ, ਇਹ ਕੋਈ ਖੇਡ ਹੈ ਜਿਹੜੀ ਕਰਨ ਲੱਗੇ। ਸ਼ੇਰ ਹੈ, ਉਹ ਜਾਨਵਰ, ਔਰ ਉਹ ਵੀ ਸਾਰੇ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਡਰਾਉਣਾ ਭਿਆਨਕ ਸ਼ੇਰ ਹੈ, ਜਿਹਦੇ ਅੱਜ ਤਾਈਂ ਕਿਸੇ ਕੋਲੋਂ ਗੋਲੀ ਨਾਲ ਵੀ ਨਹੀਂ ਮਰਿਆ। ਇਹਨੂੰ ਢਾਲ ਤਲਵਾਰ ਨਾਲ ਕਿਵੇਂ ਮਾਰ ਲੈਣਗੇ। ਕੇ ਚਿਤ ਕਹੈ ਗੁਰੂ ਬੜ ਜੋਧਾ। ਤੇ ਕਈ ਕਹਿੰਦੇ ਨਹੀਂ, ਗੁਰੂ ਮਹਾਰਾਜ ਬੜੇ ਯੋਧੇ ਹਨ, ਮਹਾਰਾਜ ਬੜੇ ਸੂਰਮੇ ਹਨ। ਹਤੇ ਕਿਰਪਾਨ ਸੰਗ ਕਰ ਕ੍ਰੋਧਾ। ਤੁਸੀਂ ਵੇਖ ਲੈਣਾ ਮਹਾਰਾਜ ਨੇ ਤਲਵਾਰ ਨਾਲ ਸ਼ੇਰ ਮਾਰ ਲੈਣਾ ਤੁਹਾਡੀਆਂ ਅੱਖਾਂ ਦੇ ਸਾਹਮਣੇ। ਤੁਸੀਂ ਬਹੁਤੇ ਨਾ ਸੋਚਾਂ 'ਚ ਪਵੋ। ਸਨਮੁਖ ਹੋਏ ਕਰਿਓ ਜਬ ਨੇਰ। ਮਹਾਰਾਜ 10ਵੇਂ ਪਾਤਸ਼ਾਹ ਬੜੀ ਦਲੇਰੀ ਨਾਲ, ਬੜੇ ਹੌਸਲੇ ਨਾਲ
ਉਹ ਸ਼ੇਰ ਦੀ ਜਿਹੜੀ ਉਹ ਗੁਫਾ ਸੀ, ਸ਼ੇਰ ਦੀ ਜਿਹੜੀ ਝਾੜੀਆਂ ਸਨ, ਪਹਿੜੇ ਦਾ ਰੁੱਖ ਸੀ, ਉਹਦੇ ਵੱਲ ਦੇ ਤੁਰੇ ਜਾਂਦੇ ਹਨ। ਦੇਖੇ ਪਰਸ ਪਰ ਅਧਿਕ ਦਲੇਰ, ਤੇ ਮਹਾਰਾਜ ਦਸਵੇਂ ਪਾਤਸ਼ਾਹ ਬੱਬਰ ਸ਼ੇਰ, ਦੋਵੇਂ ਪਾਸੇ ਸ਼ੇਰ, ਇੱਕ ਦਸਵੇਸ਼ ਪਾਤਸ਼ਾਹ ਬੱਬਰ ਸ਼ੇਰ, ਉਧਰ ਉਹ ਹੈ ਵੀ ਬੱਬਰ ਸ਼ੇਰ, ਦੋਵਾਂ ਦੀਆਂ ਅੱਖਾਂ ਆਮਣੇ ਸਾਹਮਣੇ ਹੋਈਆਂ। ਜਦੋਂ ਅੱਖਾਂ ਵਿੱਚ ਅੱਖਾਂ ਪਾ ਲਈਆਂ ਦਸਵੇਂ ਪਾਤਸ਼ਾਹ ਨੇ, ਉਠਿਓ ਨਹੀਂ ਬੈਠਿਓ ਤਬ ਰਹਿਓ, ਕਹਿੰਦੇ ਉੱਠਿਆ ਨਹੀਂ। ਮਹਾਰਾਜ ਦਸਵੇਂ ਪਾਤਸ਼ਾਹ ਦਾ ਜਲਾਲ ਇਹੋ ਜਿਹਾ ਪਿਆ ਨਾ, ਨਹੀਂ ਤਾਂ ਸ਼ੇਰ ਨੂੰ ਅੱਖਾਂ ਨੂੰ ਵੇਖੋ ਨਾ ਫਿਰ ਅਟੈਕ ਕਰ ਦਿੰਦਾ, ਪਰ ਮਹਾਰਾਜ ਦੀਆਂ ਅੱਖਾਂ ਵੱਲ ਵੇਖ ਕੇ ਉੱਠਿਆ ਨਹੀਂ ਉਹ। ਹਾਂਜੀ, ਹੇਤ ਬੰਗਾਰਨ ਉੱਚੇ ਕਹਿਓ, ਉਹਨੇ ਸਾਧ ਸੰਗਤ ਜੀ ਵੰਗਾਰਨ ਵਾਸਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਉਹਨੂੰ ਲਲਕਾਰਿਆ। ਫਿਰ ਜਦੋਂ ਨਹੀਂ ਨਾ ਉੱਠਿਆ, ਮਹਾਰਾਜ ਉੱਚੀ ਗਰਜ ਕੇ ਬੋਲੇ, ਹੋ ਖੜੋ ਕਿਉਂ ਬੈਠਿਓ ਅਬੇ, ਮਹਾਰਾਜ ਕਹਿੰਦੇ ਖੜਾ ਹੋ ਹੁਣ, ਕਿਉਂ ਬੈਠਾ ਹੈ, ਬਨ ਸਵਧਾਨ ਪਿਖੇ ਤੁਮ ਸਭ, ਕਿਉਂ ਗਿੱਦੜ ਬਣਿਆ ਹੋਇਆ, ਸ਼ੇਰ ਹੈ ਤੂੰ, ਆਪਣੀ ਜਾਤ ਨੂੰ ਲਾਜ ਨਾ ਲਾ, ਉੱਠ, ਸਾਰਾ ਜਹਾਨ ਤੇਰਾ ਤਮਾਸ਼ਾ ਵੇਖਣ, ਤੇਰਾ ਜੁੱਧ ਵੇਖਣ ਆਇਆ ਹੈ। ਸੁਨ ਪ੍ਰਭ ਤੇ ਨਿਜ ਸੀਸ ਨਿਵਾਇਓ, ਕਹਿੰਦੇ ਜਦੋਂ ਮਹਾਰਾਜ ਦੇ ਬਚਨ ਸੁਣੇ ਨਾ, ਉਹਨੇ ਇਸ ਤਰ੍ਹਾਂ ਸੀਸ ਝੁਕਾਇਆ, ਉਹਦੇ ਪੂਰਬਲੇ ਜਨਮ ਦੀ ਸੋਝੀ ਆ ਗਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਪੂਰੇ ਮਹਾਂਪੁਰਸ਼ਾਂ ਦੀ ਇਹ ਕਲਾ ਹੁੰਦੀ ਹੈ, ਜਦੋਂ ਉਹ ਕਿਸੇ ਜੀਵ ਦਾ ਉਧਾਰ ਕਰਨ ਆਉਂਦੇ ਨੇ ਨਾ, ਉਹਨੂੰ ਵੀ ਉਹਦੇ ਪੂਰਬਲੇ ਕਰਮ ਚੇਤੇ ਆ ਜਾਂਦੇ ਨੇ। ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਖਿਆ ਖੜਾ ਹੋ ਹੁਣ, ਤੇ ਉਹਨੇ ਫਿਰ ਸੀਸ ਝੁਕਾਇਆ ਸਤਿਗੁਰਾਂ ਵੱਲ, ਠਹਿਰਿਓ ਰਹਿਓ ਨਿਜ ਟੌਰ ਪਰਮਾਇਓ, ਤੇ ਉਹਨੇ ਖਲੋਤਾ ਰਿਹਾ ਤੇ ਆਪਣੀ ਪੂਛ ਹਿਲਾਈ ਹੈ, ਪੂਛ ਸਟਕਾਈ ਹੈ। ਵਹਿਰ ਮੈਦਾਨ ਵਿਖੇ ਗੁਰ ਖਰੇ, ਉਹ ਝਾੜੀਆਂ ਦੇ ਵਿੱਚ ਬੈਠਾ ਹੈ ਠੰਡੀ ਥਾਂ ਤੇ ਮਹਾਰਾਜ ਰੜੇ ਮੈਦਾਨ ਵਿੱਚ ਸਾਹਮਣੇ ਖੜੇ ਹਨ। ਬਿਕਮ ਬਰੇਰੇ ਕੇ ਬੀਚ ਨ ਬਰੇ, ਉਹ ਕਿਉਂਕਿ ਉਹਦਾ ਜਿਹੜਾ ਝਿੜਾ ਸੀ ਨਾ ਕੰਡਿਆਂ ਵਾਲਾ, ਉੱਥੇ ਤਾਂ ਵਾਰ ਵੀ ਨਹੀਂ ਸੀ ਹੋਣਾ, ਉਹਦੇ ਕੋਲ ਜਾਣਾ ਵੀ ਠੀਕ ਨਹੀਂ ਸੀ, ਉਹ ਪੈਂਤੜਾ ਨਹੀਂ ਸੀ ਬਣਨਾ। ਗੁਰੂ ਸਾਹਿਬ ਬਾਹਰ ਖੜੇ, ਕੋਈ ਉਹਦੇ ਤੋਂ 10-20 ਫੁੱਟ ਦੂਰੀ ਤੇ ਉਹ ਅੰਦਰ ਝਿੜੇ ਦੇ ਬੈਠਾ ਹੋਇਆ, ਤੇ ਮਹਾਰਾਜ ਨੂੰ ਲਲਕਾਰਦੇ ਆ ਵੀ ਗੀਦੀ ਨਾ ਬਣ, ਹੁਣ ਬਾਹਰ ਨਿਕਲ, ਸ਼ੇਰਾਂ ਦੀ ਤਰ੍ਹਾਂ ਮੁਕਾਬਲਾ ਕਰ ਸਾਡਾ। ਬੱਚ ਉੱਚੇ ਕਹਿ ਫੇਰ ਪ੍ਰਚਾਰਿਓ, ਜਦੋਂ ਨਹੀਂ ਨਿਕਲਿਆ ਤੇ ਫੇਰ ਗਰਜ ਕੇ ਦਸਵੇਂ ਪਾਤਸ਼ਾਹ ਬੋਲੇ, ਖੜੋ ਹੋ ਕੈਸੇ ਬਲ ਹਾਰਿਓ, ਮਹਾਰਾਜ ਕਹਿੰਦੇ ਖਲੋ ਹੁਣ, ਖੜਾ ਹੋ, ਕਿਉਂ ਬਲ ਹਾਰ ਗਿਆ ਹੈ, ਤੋਹੇ ਸੰਗ ਹੈ ਜੰਗ ਹਮਾਰਾ, ਤੇਰੇ ਨਾਲ ਸਾਡਾ ਜੰਗ ਹੋਣਾ, ਤੇਰੇ ਨਾਲ ਦੋ ਹੱਥ ਕਰਨੇ ਹਨ। ਡਰੇ ਬਨੇ ਨਹਿ ਕਿਉਂ ਚਿਤਹਾਰਾ, ਕਿਉਂ ਹਾਰ ਗਿਆ, ਕਿਉਂ ਹਾਰ ਮੰਨ ਲਈ ਹੈ, ਇਦਾਂ ਟਾਲਾ ਨਹੀਂ ਹੋਣਾ। ਹੁਣ ਤਾਂ ਦੋ ਹੱਥ ਤੈਨੂੰ ਕਰਨੇ ਹੀ ਪੈਣੇ ਹਨ ਸਾਡੇ ਨਾਲ। ਬੈਠਿਓ ਸ਼ੇਰ ਆਪ ਤਹ ਖਰੇ, ਸ਼ੇਰ ਬੈਠਾ ਸੀ ਝਿੜੇ ਦੇ ਵਿੱਚ, ਤੇ ਮਹਾਰਾਜ ਉਹਦੇ ਝਿੜੇ ਦੇ ਸਾਹਮਣੇ ਢਾਲ ਲੈ ਕੇ ਖੜੇ ਸਨ। ਜੋਗ ਨਿਰਪਦਲ ਜੁਤ ਦੇਖਨ ਕਰੇ, ਦੋਵੇਂ ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸ਼ਾਹ ਆਪਣੀਆਂ ਫੌਜਾਂ ਸਮੇਤ ਇਹ ਚੋਜ ਵੇਖ ਰਹੇ ਸਨ। ਬਿਸਮਾਵਹਿ ਕਿਮ ਕਿਮ ਨਰ ਕਹੈ, ਆਪਸ ਵਿੱਚ ਡਰ ਕੇ ਹੈਰਾਨ ਹੋ ਕੇ ਲੋਕ ਗੱਲਾਂ ਕਰ ਰਹੇ ਸਨ। ਫੌਜੀ, ਸ਼ਿਕਾਰੀ, ਰਾਜੇ ਕਹਿ ਰਹੇ ਸਨ ਇਹ ਹੁਣ ਕੀ ਲੱਗਾ ਹੈ, ਔਖਾ ਕੰਮ ਹੈ, ਬੜੀ ਖਤਰਨਾਕ ਗੇਮ ਹੈ ਜਿਹੜੀ ਗੁਰੂ ਸਾਹਿਬ ਖੇਡਣ ਲੱਗੇ ਹਨ। ਇਦੋ ਤਕਲ ਮਲਾਤ ਸਭ ਲਹੈ, ਇੱਧਰ ਉੱਧਰ ਕਲ ਬਲਾਟ ਰੌਲਾ ਪਿਆ ਹੋਇਆ ਸੀ, ਗੱਲਾਂ ਚੱਲ ਰਹੀਆਂ ਸਨ। ਜਬ ਦਵੈ ਬਾਰ ਕਹਿਓ ਨਹਿ ਖਰਿਓ, ਜਦੋਂ ਦੋ ਵਾਰੀ ਦਸਵੇਂ ਪਾਤਸ਼ਾਹ ਨੇ ਕਿਹਾ, ਦੋ ਵਾਰੀ ਮਹਾਰਾਜ ਨੇ ਲਲਕਾਰਿਆ, ਉਹ ਸ਼ੇਰ ਬੈਠਾ ਰਿਹਾ। ਬਹੁਰ ਕ੍ਰੋਧ ਕਰ ਊਚ ਉਚਰਿਓ, ਫਿਰ ਤੀਜੀ ਵਾਰੀ ਦਸਵੇਂ ਪਾਤਸ਼ਾਹ ਗਰਜ ਕੇ ਬੋਲੇ, ਉੱਚੇ ਗੁੱਸੇ ਨਾਲ ਉਹਨੂੰ ਲਲਕਾਰਿਆ, ਕੀਦੀ ਕਹਾਂ ਬਨਿਓ ਸਮਸਿਆਲ, ਮਹਾਰਾਜ ਕਹਿੰਦੇ ਓਏ ਗਿੱਦੀ, ਉਹ ਗਿੱਦੜਾ, ਤੂੰ ਗਿੱਦੜ ਬਣ ਗਿਆ, ਤੂੰ ਤਾਂ ਬੱਬਰ ਸ਼ੇਰ ਦਾ ਚੋਲਾ ਪਾਇਆ, ਤੇ ਤੂੰ ਸਾਡੇ ਸਾਹਮਣੇ ਕਿਉਂ ਨਹੀਂ ਆਉਂਦਾ। ਬੈਠਿਓ ਤਿਆਗ ਬੰਸ ਕੀ ਚਾਲ, ਆਪਣੇ ਸ਼ੇਰਾਂ ਵਾਲੇ ਬੰਸ ਨੂੰ ਲਾਜ ਨਾ ਲਾ, ਆਪਣੀ ਚਾਲ ਛੱਡ ਕੇ ਨਾ ਬੈਠ, ਤੂੰ ਸ਼ੇਰ ਹੈ ਤੇ ਸ਼ੇਰਾਂ ਤਰ੍ਹਾਂ ਬਾਹਰ ਨਿਕਲ। ਕਰਮ ਕਿਹਰੀ ਕੇਰ ਕਰਾਲੇ, ਮਹਾਰਾਜ ਕਹਿੰਦੇ ਕਰਮ ਕਿਹਰੀ, ਸ਼ੇਰਾਂ ਦੇ ਕੰਮ ਕਰਾਲ ਹੀ ਹੁੰਦੇ ਨੇ, ਭਿਆਨਕ ਹੀ ਹੁੰਦੇ ਨੇ। ਕਾਤੁਰ ਕੂਰ ਕਾਰ ਡਰ ਗਾਲੇ, ਕਹਿੰਦੇ ਤੂੰ ਕਾਇਰਾਂ ਦੀ ਤਰ੍ਹਾਂ, ਬੁਝਦਿਲਾਂ ਦੀ ਤਰ੍ਹਾਂ ਕਿਉਂ ਕਾਰ ਕਰ ਰਿਹਾ ਹੈ, ਡਰਪੋਕ ਕਿਉਂ ਬਣ ਗਿਆ ਹੈ, ਕੂੜਿਆਂ ਵਾਲੀ ਕਾਰ ਕਿਉਂ ਕਰਦਾ ਹੈ। ਤੋਹੇ ਨ ਛੋੜੈ ਭਟ ਸਭ ਘਿਰੈ, ਮਹਾਰਾਜ ਕਹਿੰਦੇ ਹੁਣ ਤੂੰ ਘਿਰ ਗਿਆ, ਚਾਰੇ ਪਾਸੇ ਫੌਜਾਂ ਹੀ ਫੌਜਾਂ ਨੇ, ਹੁਣ ਤੈਨੂੰ ਛੱਡਾਂਗੇ ਨਹੀਂ, ਮਾਰਿਆ ਜਾਏਗਾ ਤੂੰ, ਤੇ ਜੇ ਤੂੰ ਸ਼ੇਰਾਂ ਦੀ ਮੌਤ ਮਰੇ ਤੇ ਚੰਗਾ ਹੈ। ਕਿਮ ਗੀਦੀ ਗਾਦਰ ਹੋਏ ਮਰੈ,
ਗਿੱਦੜਾਂ ਦੀ ਤਰ੍ਹਾਂ ਕਿਉਂ ਮਰਦਾ, ਚੁੱਪ ਕਰਕੇ ਡਰ ਕੇ ਕਿਉਂ ਮਰਦਾ, ਲੜ ਕੇ ਮਾਰ ਹੁਣ। ਇਮ ਸੁਨ ਕਹਿ ਸਤ ਫਿਰ ਕੇ ਬੈਨ। ਇਹਦਾ ਤੀਸਰੀ ਵਾਰ ਜਦੋਂ 10ਵੇਂ ਪਾਤਸ਼ਾਹ ਨੇ ਗਰਜ ਕੇ ਆਖਿਆ, ਉਹ ਸੁਣ ਕੇ ਉਠਿਓ ਕ੍ਰੋਧ ਕਰ ਰਾਤੇ ਨੈਣ। ਜਦੋਂ ਸ਼ੇਰ ਨੂੰ ਗੁੱਸਾ ਆਇਆ, ਅੱਖਾਂ ਲਾਲ ਕਰਕੇ ਉੱਠਿਆ, ਭਬਕਿਓ ਭੀਖਨ ਸਟਾ ਫੁਲਾਏ। ਬੜੀ ਭਿਆਨਕ ਆਵਾਜ਼ ਵਿੱਚ ਗਰਜਿਆ, ਫਿਰ ਨੇ ਪਬਕ ਮਾਰੀ ਤੇ ਆਪਣੀ ਪੂਛ ਜਿਹੜੀ ਹੈ ਹਲਾਈ, ਤੇ ਪਤਾ ਲੱਗਾ ਇਹ ਤਾਂ ਜਦੋਂ ਧੌਣ ਛੰਡੀ ਨਾ ਉਹਨੇ, ਵਾਲ ਉਹਦੇ ਜਿਹੜੇ ਸਿਰ ਦੇ ਉੱਤੇ ਜੱਤ ਸੀਗੀ ਉਹ ਹਿੱਲੀ ਹੈ। ਨਿਕਸਿਓ ਵਹਿਰ ਪਿਖਿਓ ਸਮੁਦਾਏ। ਔਰ ਫਿਰ ਵੇਖਿਆ ਸਾਰਿਆਂ ਨੇ, ਸਾਰੀ ਦੁਨੀਆ ਦੇਖ ਰਹੀ ਸੀ, ਰਾਜਿਆਂ ਦੀ ਫੌਜ ਦੇਖ ਰਹੀ ਸੀ ਕਿ ਸ਼ੇਰ ਆਪਣੀ ਝਾੜੀ ਚੋਂ ਵਿਹੜੇ ਦੇ ਰੁੱਖ ਥੱਲਿਓਂ ਬਾਹਰ ਆਇਆ। ਬਲ ਵਿਸ਼ਾਲ ਕਰ ਛਾਲ ਉਤਾਲਾ। ਉਹਨੇ ਬੜੇ ਬਲ ਦੇ ਨਾਲ, ਬੜੀ ਫੁਰਤੀਲੀ ਚਾਲ ਨਾਲ ਛਾਲ ਮਾਰੀ ਹੈ। ਗਰਜਿਓ ਦੀਰਘ ਕਾਲ ਕਰਾਲਾ। ਔਰ ਜਿਵੇਂ ਕਾਲ ਗਰਜਦਾ ਹੈ ਨਾ, ਇਵੇਂ ਗਰਜਿਆ, ਬੜੀ ਡਰਾਉਣੀ ਆਵਾਜ਼ ਵਿੱਚ ਸ਼ੇਰ ਗਰਜਿਆ। ਪ੍ਰਭ ਕੇ ਸਨਮੁਖ ਕੀਨ ਸਨੇਰ। ਉਹਨੇ 10ਵੇਂ ਪਾਤਸ਼ਾਹ ਵੱਲ ਸਿੱਧੀ ਛਾਲ ਮਾਰੀ, ਨੇੜੇ ਆਇਆ ਮਹਾਰਾਜ ਦੇ। ਉਛਰਿਓ ਛਿਪਰ ਛਾਲ ਕਰ ਫੇਰ। ਜਿਵੇਂ ਸਾਧ ਸੰਗਤ ਜੀ ਬਿਜਲੀ ਦਾ ਕਰੰਟ ਹੁੰਦਾ ਹੈ ਨਾ, ਇੰਨੀ ਫੁਰਤੀ ਦੇ ਨਾਲ ਉਛਲਿਆ ਉਹ ਮਹਾਰਾਜ ਦੇ ਉੱਪਰ ਆਇਆ ਛਾਲ ਮਾਰ ਕੇ। ਬਲ ਤੇ ਜਬ ਪਹੁੰਚਿਓ ਪ੍ਰਭ ਉੱਪਰ। ਜਦੋਂ ਬਲ ਦੇ ਨਾਲ ਇਸ ਤਰ੍ਹਾਂ ਉੱਤੋਂ ਦੀ ਲੈ ਕੇ ਪੰਜੇ ਪਿਆ ਮਹਾਰਾਜ ਦੇ ਉੱਤੇ, ਚਰਨ ਟਿਕਾਏ ਰਖੇ ਤੇਰ ਉੱਪਰ। ਮਹਾਰਾਜ ਨੇ ਖੱਬਾ ਪੈਰ ਅੱਗੇ ਤੇ ਸੱਜਾ ਪੈਰ ਪਿੱਛੇ, ਜਿਹੜਾ ਵੀਰਾਂ ਦਾ ਆਸਣ ਹੁੰਦਾ ਹੈ ਜਾਂ ਵੀਰਾਂ ਦਾ ਪੈਂਤੜਾ ਹੁੰਦਾ ਹੈ, ਮਹਾਰਾਜ ਉਸ ਪੈਂਤੜੇ ਤੇ ਖਲੋ ਗਏ। ਆ ਗਏ ਸਿਪਰ ਕਰੀ ਤਤਕਾਲਾ। ਤੇ ਮਹਾਰਾਜ ਨੇ ਜਦੋਂ ਸ਼ੇਰ ਇੱਥੇ ਆ ਗਿਆ, ਇੱਕਦਮ ਢਾਲ ਉਹਦੇ ਅੱਗੇ ਕਰ ਦਿੱਤੀ। ਛਿਪਰ ਨਿਕਾਸਿਓ ਖੜਗ ਕਰਾਲਾ। ਤੇ ਇੱਥੋਂ ਮਿਆਨ ਚੋਂ ਤਲਵਾਰ ਛੰਡੀ ਹੈ। ਫਿਰ ਉੱਚੀ ਛਾਲ ਢਾਲ ਪਰ ਲੈ ਕੇ। ਉਹਦੀ ਉੱਚੀ ਛਾਲ, ਬੜਾ ਉੱਚਾ ਸੀ ਉਹ, 14 ਫੁੱਟ ਉਹਦਾ ਲੰਮਾ ਕੱਦ ਸੀਗਾ। ਉਹਦੀ ਜਿਹੜੀ ਉੱਪਰੋਂ ਆਈ ਛਾਲ ਉਹ ਆਪਣੀ ਢਾਲ ਤੇ ਲਈ ਹੈ। ਕਰਿਓ ਪ੍ਰਹਾਰ ਆਪ ਵੱਲ ਕਹਿ ਕੇ। ਤੇ ਮਹਾਰਾਜ ਪੂਰੇ ਬਲ ਦੇ ਨਾਲ ਫਿਰ ਤੇਗ ਦਾ ਵਾਰ ਕੀਤਾ ਹੈ। ਬਦਨ ਬਚਾਏ ਲਾਕ ਪਰ ਮਾਰਾ। ਆ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦਾ ਉੱਪਰਲਾ ਹਿੱਸਾ ਛੱਡ ਦਿੱਤਾ, ਉਹਦੀਆਂ ਪਸਲੀਆਂ ਵੀ ਛੱਡ ਦਿੱਤੀਆਂ। ਆ ਜਿੱਥੇ ਉਹਦੀ ਲੱਕ ਹੁੰਦੀ ਹੈ ਨਾ, ਸ਼ੇਰ ਦੀ ਲੱਕ ਪਤਲੀ ਹੁੰਦੀ ਹੈ, ਉੱਥੇ ਵਾਰ ਛੱਡਿਆ ਤਲਵਾਰ ਦਾ। ਬਹਿਓ ਘਾਵ ਜਿਮ ਸਾਬਨ ਤਾਰਾ। ਮਹਾਰਾਜ ਦੀ ਤੇਗ ਉਹਦੀ ਲੱਕ ਵਿੱਚੋਂ ਇਸ ਤਰ੍ਹਾਂ ਵਹਿ ਗਈ ਜਿਵੇਂ ਸਾਬਣ ਵਿੱਚੋਂ ਤਾਰ ਲੰਘ ਜਾਂਦੀ ਹੈ। ਪਿਛਲੇ ਪਾਇਨ ਪਰ ਗਿਰ ਰਹਿਓ। ਪਿਛਲੇ ਪੈਰ ਉਹਦੇ, ਪਿਛਲੀਆਂ ਲੱਤਾਂ ਦੇ ਪਿਛਲਾ ਹਿੱਸਾ ਜਿਹੜਾ ਸੀ ਨਾ ਉਹਦਾ, ਉਹ ਥੱਲੇ ਡਿੱਗ ਪਿਆ। ਇਕਤ ਅਚੰਬਾ ਸਭ ਨੇ ਲਹਿਓ। ਦੋ ਟੋਟੇ ਕਰ ਦਿੱਤਾ ਸੱਚੇ ਪਾਤਸ਼ਾਹ ਨੇ ਇੱਕੋ ਵਾਰ ਦੇ ਨਾਲ, ਵੇਖ ਕੇ ਸਭ ਹੈਰਾਨ ਹੋ ਗਏ। ਜੋਗਮ ਨਰਿੰਦ ਮਤੰਗ ਤਵਾਏ। ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸ਼ਾਹ ਨੇ ਆਪਣੇ ਹਾਥੀ ਉੱਧਰ ਦੌੜਾ ਦਿੱਤੇ ਜਿੱਧਰ ਸਤਿਗੁਰੂ ਜੀ ਖੜੇ ਸਨ। ਪਹੁੰਚ ਸਮੀਪ ਦੇਖ ਹਰ ਖਾਏ। ਬੜੀ ਛੇਤੀ ਨਾਲ ਦੋਵੇਂ ਰਾਜੇ ਆਪਣੇ ਹਾਥੀਆਂ ਸਮੇਤ ਉੱਥੇ ਆ ਗਏ ਜਿੱਥੇ ਸਤਿਗੁਰੂ ਜੀ ਦੇ ਸ਼ੇਰ ਦੇ ਦੋ ਟੋਟੇ ਕਰ ਦਿੱਤੇ ਸਨ। ਧੰਨ ਧੰਨ ਪ੍ਰਭ ਬੜੇ ਦਲੇਰ। ਰਾਜਾ ਫਤਿਹ ਸ਼ਾਹ ਦੇ ਮੂੰਹ ਤੋਂ, ਰਾਜਾ ਮੇਦਨੀ ਪ੍ਰਕਾਸ਼ ਦੇ ਮੂੰਹ ਤੋਂ ਨਿਕਲਿਆ, ਧੰਨ ਸਤਿਗੁਰੂ, ਧੰਨ ਸਤਿਗੁਰੂ, ਵੱਡੇ ਦਲੇਰ ਹੋ। ਮਹਾਰਾਜ ਤੁਹਾਡੇ ਵਰਗਾ ਸੂਰਮਾ ਨਹੀਂ ਵੇਖਿਆ, ਸੁਣੇ ਬੜੇ ਹਨ ਪਰ ਇਹੋ ਜਿਹਾ ਕੌਤਕ ਕਦੀ ਆਪਣੀ ਅੱਖਾਂ ਨਾਲ ਨਹੀਂ ਤੱਕਿਆ। ਐਡਾ ਭਿਆਨਕ ਬੱਬਰ ਸ਼ੇਰ ਜਿਹਦੀ ਇੱਕ ਚਪੇੜ ਹਾਥੀ ਵੀ ਨਹੀਂ ਚੱਲ ਸਕਦੇ, ਉਹਨੂੰ ਆਪਣੀ ਢਾਲ ਤੇ ਲੈ ਕੇ ਤੇ ਉਹਦੇ ਦੋ ਟੋਟੇ ਇੱਕੋ ਵਾਰ ਨਾਲ ਕਰ ਦਿੱਤੇ ਆ। ਸੱਚੇ ਪਾਤਸ਼ਾਹ ਇਹੋ ਜਿਹਾ ਵਾਰ ਛੱਡਿਆ ਕਿ ਸਾਰ ਪਾਰ ਲੰਘੀ ਤਲਵਾਰ ਵਿੱਚੋਂ ਦੀ। ਹਾਂਜੀ, ਤੁਮ ਬਿਨ ਕੌਣ ਹਤੇ ਅਸ਼ ਸ਼ੇਰ। ਮਹਾਰਾਜ ਇਹੋ ਜਿਹੇ ਭਿਆਨਕ ਬੱਬਰ ਸ਼ੇਰ ਨੂੰ ਤੁਹਾਡੇ ਤੋਂ ਬਿਨਾ ਹੋਰ ਕਿਹੜਾ ਸੂਰਮਾ ਮਾਰ ਸਕਦਾ ਹੈ। ਅਵਨੀ ਤਲ ਮੈਂ ਆਪ ਮਨਿੰਦ। ਹੇ ਮਹਾਰਾਜ, ਇਸ ਧਰਤੀ ਉੱਤੇ ਤੁਹਾਡੇ ਵਰਗਾ ਸੂਰਮਾ ਨਾ ਹੋਇਆ, ਨਾ ਕੋਈ ਹੋਵੇਗਾ। ਸੁਣਿਓ ਨਾ ਦੇਖਿਓ ਕਿ ਤੁਮ ਬਿਲੰਦ। ਹੇ ਮਹਾਰਾਜ ਸੱਚੇ ਪਾਤਸ਼ਾਹ, ਨਾ ਵੇਖਿਆ ਨਾ ਸੁਣਿਆ, ਇਹ ਜੋ ਅੱਜ ਅਸੀਂ ਵੇਖਾਂ ਨਾਲ ਵੇਖ ਲਿਆ, ਇਹਦੇ ਵਰਗੀ ਦੁਨੀਆ ਦੇ ਕੋਈ ਮਿਸਾਲ ਨਹੀਂ ਹੈ ਸਤਿਗੁਰੂ ਜੀ। ਆਸ ਕੇ ਹਰ ਦੀਰਘ ਨਹਿਰਾ। ਮਹਾਰਾਜ ਇਹੋ ਜਿਹਾ ਸ਼ੇਰ ਵੀ ਨਹੀਂ ਅਸੀਂ ਕਦੀ ਵੇਖਿਆ। ਅਸੀਂ ਬੜੇ ਬੜੇ ਸ਼ੇਰ ਵੇਖੇ ਜੰਗਲਾਂ 'ਚ, ਅਸੀਂ ਮਾਰੇ ਵੀ ਨੇ ਸ਼ੇਰ, ਪਰ ਐਡਾ ਵੱਡਾ ਭਿਆਨਕ ਕੱਦ ਕਾਠ ਵਾਲਾ ਸ਼ੇਰ ਅਸੀਂ ਉਹ ਗੋਲੀਆਂ ਨਾਲ ਅਸੀਂ ਮਾਰ ਲੈਂਦੇ ਸੀ, ਤੀਰਾਂ ਨਾਲ ਅਸੀਂ ਮਾਰ ਲੈਂਦੇ ਸੀ, ਜਾਲਾਂ 'ਚ ਫਸਾ ਕੇ ਮਾਰ ਲੈਂਦੇ ਸੀ, ਪਰ ਇਹ ਤਰੀਕੇ ਨਾਲ ਸ਼ੇਰ ਨੂੰ ਲਲਕਾਰ ਕੇ ਮਰਦਾਂ ਤਰ੍ਹਾਂ ਮਾਰਨਾ, ਇਹ ਮਹਾਰਾਜ ਪਹਿਲੀ ਵਾਰ ਵੇਖਿਆ ਹੈ। ਤਾਰਨ ਦਾੜਨ ਓਜ ਕਨੇਰਾ। ਮਹਾਰਾਜ ਇੰਨੀਆਂ ਭਿਆਨਕ ਇਹਦੀਆਂ ਦਾੜਾਂ,
ਐਡੇ ਭਿਆਨਕ ਇਹਦੇ ਪੰਜੇ, ਇੰਨਾ ਵੱਡਾ ਇਹਦਾ ਕੱਦ ਕਾਠ, ਇੰਨੀ ਜ਼ਿਆਦਾ ਇਹਦੀ ਤਾਕਤ। ਮਹਾਰਾਜ ਇਹ ਸ਼ੇਰ ਨੂੰ ਮਾਰਨਾ ਕੋਈ ਸੋਚ ਵੀ ਨਹੀਂ ਸਕਦਾ, ਸੁਪਨੇ 'ਚ ਵੀ ਨਹੀਂ ਸੋਚ ਸਕਦਾ। ਕਰਿਓ ਸੰਘਾਰਨ ਤੂਰਨ ਐਸੇ, ਆਪ ਜੀ ਨੇ ਮਹਾਰਾਜ ਇਹਨੂੰ ਤਾਂ ਇਸ ਤਰ੍ਹਾਂ ਝਟਕਾ ਦਿੱਤਾ ਹੈ ਛਾਂਗ ਬਹੀਨੋ ਬਲ ਦੇ ਜੈਸੇ, ਜਿਵੇਂ ਆਮ ਬੱਕਰੇ ਨੂੰ ਝਟਕਾ ਦੇਈਦਾ। ਹੁਣ ਬੱਕਰਾ ਜਿਹੜਾ ਹੁੰਦਾ ਖੜਾ ਹੁੰਦਾ, ਇੱਕ ਤਲਵਾਰ ਦੇ ਨਾਲ ਤਲਵਾਰ ਉਹ ਲੰਘ ਜਾਂਦੀ ਹੈ, ਤੇ ਮਹਾਰਾਜ ਤੁਹਾਡੀ ਤਲਵਾਰ ਲੰਘੀ ਸ਼ੇਰ ਦੀ ਪਿੱਠ ਵਿੱਚੋਂ, ਔਰ ਇੱਕੋ ਵਾਰ ਨਾਲੇ ਇੱਕੋ ਹੱਥ ਨਾਲ ਮਾਰਿਆ। ਇਧਰ ਦੂਜਾ ਹੱਥ ਤਾਂ ਮਹਾਰਾਜ ਦਾ ਢਾਲ ਨਾਲ ਸੀ ਨਾ, ਤੇ ਇਧਰ ਇੱਕੋ ਵਾਰ ਨਾਲ ਮਹਾਰਾਜ ਝਟਕਾ ਦਿੱਤਾ। ਤੁਸੀਂ ਸ਼੍ਰੀ ਕਲਗੀਧਰ ਕਬਹਿ ਸੁਨਾਇਓ, ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਬੋਲੇ, ਇਹ ਪਾਂਡਵ ਕੁਲ ਮਹਿ ਨਰ ਜਾਇਓ। ਮਹਾਰਾਜ ਕਹਿੰਦੇ ਮਹਾਭਾਰਤ ਦੇ ਸਮੇਂ ਦਾ ਇਹ ਬੰਦਾ ਹੈ, ਇਹ ਜੈਦਰਥ ਇਹਦਾ ਨਾਮ ਸੀ। ਇਹ ਜਿਹੜਾ ਸੀਗਾ ਇਹ ਉਹਦਾ ਜਵਾਈ ਸੀ ਧ੍ਰਿਤਰਾਸ਼ਟਰ ਦਾ, ਜਿਹੜਾ ਰਾਜਾ ਸੀ ਨਾ ਧ੍ਰਿਤਰਾਸ਼ਟਰ, ਉਹਦਾ ਇਹ ਜਵਾਈ ਸੀ, ਤੇ ਦੁਰਯੋਧਨ ਦਾ ਇਹ ਜੀਜਾ ਸੀ। ਜਦੋਂ ਸਾਧ ਸੰਗਤ ਜੀ ਮਹਾਭਾਰਤ ਦੇ ਜੰਗ ਦੇ ਵਿੱਚ ਕੌਰਵਾਂ ਨੇ ਚੱਕਰਵਿਊਹ ਰਚਿਆ ਸੀ, ਉਹ ਚੱਕਰਵਿਊਹ ਸਿਰਫ ਅਰਜਨ ਤੋੜ ਸਕਦਾ ਸੀ। ਅਰਜਨ ਉੱਥੇ ਗੈਰ ਹਾਜ਼ਰ ਸੀ। ਮੀਟਿੰਗ ਹੋਈ ਵੀ ਇਹ ਚੱਕਰਵਿਊਹ ਕੌਣ ਤੋੜ ਸਕਦਾ, ਜੇ ਚੱਕਰਵਿਊਹ ਨਾ ਟੁੱਟਾ ਅਸੀਂ ਹਾਰ ਜਾਵਾਂਗੇ। 17 ਸਾਲਾਂ ਦਾ ਨੌਜਵਾਨ ਅਭਿਮਨਿਊ ਅਰਜਨ ਦਾ ਪੁੱਤਰ ਕਹਿਣ ਲੱਗਾ, ਤਾਇਆ ਜੀ ਮੈਂ ਇਸ ਨੂੰ ਤੋੜ ਸਕਦਾ। ਮਹਾਰਾਜਾ ਯੁਧਿਸ਼ਠਿਰ ਦਾ ਭਤੀਜਾ ਜੋ ਸੀਗਾ ਉਹ ਕਹਿੰਦੇ, ਤਾਇਆ ਜੀ ਮੈਂ ਤੋੜ ਸਕਦਾ, ਪਰ ਮੈਂ ਇਹਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਉਹਨੇ ਕਿਹਾ, ਪੁੱਤਰ ਤੂੰ ਕਦੋਂ ਸਿੱਖ ਲਿਆ? ਕਹਿਣ ਲੱਗਾ, ਤਾਇਆ ਜੀ ਜਦੋਂ ਮੈਂ ਆਪਣੀ ਮਾਂ ਦੇ ਪੇਟ ਵਿੱਚ ਸੀ, ਮੇਰਾ ਜਨਮ ਹੋਣਾ ਸੀ, ਉਸ ਵੇਲੇ ਪਿਤਾ ਜੀ ਨੂੰ ਮਾਤਾ ਜੀ ਨੇ ਪੁੱਛਿਆ ਵੀ ਚੱਕਰਵਿਊਹ ਕੀ ਹੁੰਦਾ, ਤੇ ਪਿਤਾ ਜੀ ਚੱਕਰਵਿਊਹ ਦੀ ਸਾਰੀ ਜੁਗਤੀ ਦੱਸਣ ਲੱਗ ਪਏ। ਚੱਕਰਵਿਊਹ ਕਿਵੇਂ ਬਣਦਾ ਹੈ, ਕਿਵੇਂ ਉਹਨੂੰ ਤੋੜਿਆ ਜਾਂਦਾ ਹੈ, ਤੇ ਮੈਂ ਪੇਟ ਵਿੱਚ ਸੁਣਦਾ ਸੀ। ਜਦੋਂ ਚੱਕਰਵਿਊਹ ਚੋਂ ਨਿਕਲਣ ਦੀ ਗੱਲ ਦੱਸ ਰਹੇ ਸਨ ਪਿਤਾ ਜੀ, ਉਦੋਂ ਮਾਤਾ ਜੀ ਸੁਣਦੇ ਸੁਣਦੇ ਸੌਂ ਗਏ ਸਨ। ਉਹ ਉਸ ਤੋਂ ਬਾਅਦ ਦੀ ਜਿਹੜੀ ਗੱਲ ਹੈ ਉਹ ਮੈਂ ਸੁਣੀ ਨਹੀਂ। ਮੈਂ ਤੋੜ ਸਕਦਾ ਹਾਂ, ਪਰ ਮੈਂ ਚੱਕਰਵਿਊਹ ਚੋਂ ਨਿਕਲ ਨਹੀਂ ਸਕਦਾ। ਸਾਧ ਸੰਗਤ ਜੀ ਇਹ ਗੱਲ ਹਜ਼ਾਰਾਂ ਸਾਲਾਂ ਤੋਂ ਸਾਡੇ ਦੇਸ਼ ਵਿੱਚ ਚੱਲੀ ਆਉਂਦੀ ਹੈ, ਪਰ ਹੁਣ ਇਸ ਨੂੰ ਮੈਡੀਕਲ ਸਾਇੰਸ ਨੇ ਸਿੱਧ ਕੀਤਾ। ਆ ਜਿਹੜੇ ਮੈਡੀਕਲ ਡਾਕਟਰ ਨੇ ਇਹਨਾਂ ਨੂੰ ਪੁੱਛੋ, ਇਹ ਤੇ ਫਿਲਮਾਂ ਵੀ ਬਣ ਚੁੱਕੀਆਂ ਨੇ। ਉਹ ਕਹਿੰਦੇ ਆ ਵੀ ਜੋ ਮਾਂ ਪੇਟ 'ਚ ਬੱਚਾ ਲੈ ਕੇ ਸੁਣਦੀ ਹੈ, ਉਹਦਾ ਬੱਚੇ ਦੇ ਦਿਮਾਗ ਤੇ ਅਸਰ ਹੁੰਦਾ। ਜੋ ਮਾਂ ਅੱਖਾਂ ਨਾਲ ਦੇਖਦੀ ਹੈ, ਬੱਚੇ ਦੇ ਦਿਮਾਗ ਤੇ ਅਸਰ ਹੁੰਦਾ ਹੈ। ਜੋ ਮਾਂ ਖਾਂਦੀ ਪੀਂਦੀ ਸੋਚਦੀ ਹੈ, ਉਹ ਬੱਚਾ ਵੀ ਉੱਦਾਂ ਦੀ ਸੋਚ ਵਾਲਾ ਬਣਦਾ ਹੈ। ਸਾਡੀਆਂ ਦਾਦੀਆਂ ਅਨਪੜ੍ਹ ਸਨ, ਸਾਡੇ 2 ਪੀੜ੍ਹੀਆਂ ਪਹਿਲੀਆਂ ਮਾਈਆਂ, ਉਹ ਆਪਣੀਆਂ ਨੂੰਹਾਂ ਨੂੰ ਕਹਿੰਦੀਆਂ ਹੁੰਦੀਆਂ ਸਨ, ਪੁੱਤਰ ਤੇਰੇ ਪੇਟ 'ਚ ਬੱਚਾ ਹੈ, ਤੂੰ ਗੁਰਦੁਆਰੇ ਜਾਣਾ, ਮਹਾਰਾਜ ਨੂੰ ਮੱਥਾ ਟੇਕਣਾ। ਪੁੱਤਰ ਗੁਰੂ ਨਾਨਕ ਸਾਹਿਬ ਦੀ, ਗੁਰੂ ਗੋਬਿੰਦ ਸਿੰਘ ਦੀ ਘਰ 'ਚ ਕੋਈ ਫੋਟੋ ਹੈ, ਉਹਨੂੰ ਵੇਖਣਾ। ਪੁੱਤਰ ਆਪਣੇ ਸਹੁਰੇ ਦੇ ਜਾਂ ਆਪਣੇ ਪਤੀ ਦੇ ਮੱਥੇ ਲੱਗਣਾ ਸਵੇਰੇ ਉੱਠ ਕੇ, ਤਾਂ ਕਿ ਬੱਚੇ ਦੀ ਸ਼ਕਲ ਆਪਣੇ ਪਿਓ ਦਾਦੇ ਤੇ ਜਾਵੇ, ਉਹਦੇ ਖਿਆਲ ਉੱਦਾਂ ਦੇ ਹੋਣ। ਇਹ ਗੱਲਾਂ ਸਾਡੇ ਘਰਾਂ 'ਚ ਚੱਲਦੀਆਂ ਸੀ। ਜਿਹੜੇ ਸਾਡੀ ਉਮਰ ਦੇ ਨੇ ਜਾਂ ਸਾਡੇ ਤੋਂ ਵੱਡੇ ਨੇ ਉਹਨਾਂ ਨੂੰ ਪਤਾ, ਪਰ ਹੁਣ ਜਿਹੜੇ ਜ਼ਿਆਦਾ ਸਕੂਲਾਂ ਕਾਲਜਾਂ ਦੀ ਪੜ੍ਹਾਈ ਦੇ ਮਗਰ ਲੱਗ ਗਏ, ਇਹ ਤਾਂ ਜੀ ਵਹਿਮ ਨੇ, ਵਹਿਮ ਨਹੀਂ, ਇਹ ਇੱਕ ਸਾਇੰਸ ਹੈ ਜਿਹਨੂੰ ਅੱਜ ਕੱਲ੍ਹ ਮੈਡੀਕਲ ਸਾਇੰਸ ਨੇ ਸਿੱਧ ਕੀਤਾ ਵੀ ਬੱਚਾ ਜੋ ਮਾਂ ਦੇ ਪੇਟ ਵਿੱਚ ਮਾਂ ਸੁਣਦੀ ਹੈ, ਬੱਚਾ ਸੁਣਦਾ ਹੈ, ਜੋ ਮਾਂ ਦੇਖਦੀ ਹੈ ਬੱਚਾ ਦੇਖਦਾ ਹੈ, ਜੋ ਮਾਂ ਸੋਚਦੀ ਹੈ ਉਹ ਬੱਚਾ ਸੋਚਦਾ ਹੈ। ਉਹ ਸੋਚ ਤੋਂ ਬੱਚੇ ਦੀ ਸੋਚ ਬਣਦੀ ਹੈ। ਇਸ ਕਰਕੇ ਮੈਂ ਇਹ ਬੇਨਤੀ ਕਈ ਵਾਰੀ ਕਰਦਾ ਹੁੰਦਾ। ਇੱਕ ਕਥਾ ਹੋਰ ਵੀ ਹੁੰਦੀ ਹੈ। 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਨੇ ਜਦੋਂ ਮਹਾਰਾਜ ਦੀ ਜੰਗ ਹੋਈ ਨਾ, ਮਹਾਰਾਜ ਦੇ ਵਿੱਚ 2 ਪਰਿਵਾਰ ਰਹਿੰਦੇ ਸਨ, ਇੱਕ ਕੌੜਿਆਂ ਦਾ, ਇੱਕ ਬਰਾੜਾਂ ਦਾ। ਆ ਜਿਹੜੇ ਮਹਾਰਾਜਾ ਪਟਿਆਲਾ ਵਾਲੇ ਨੇ ਨਾ, ਇਹਨਾਂ ਦੇ ਵੱਡੇ ਇਹ ਟੱਪਰੀਵਾਸ ਸਨ। ਇਹਨਾਂ ਦਾ ਵੱਡਾ ਸੀ ਕਾਲਾ। ਉਹ ਜਿਹੜੇ ਕੌੜੇ ਸਨ ਨਾ, ਉਹਨਾਂ ਦੇ ਕੌੜੇ ਜਿਹੜੇ ਸਨ, ਇਹਨਾਂ ਨੂੰ ਖੂਹ ਤੋਂ ਪਾਣੀ ਨਹੀਂ ਸੀ ਭਰਨ ਦਿੰਦੇ ਬੀਬੀਆਂ ਨੂੰ।
ਇਹਨਾਂ ਨੂੰ ਝੁੱਗੀਆਂ 'ਚ ਰਹਿਣਾ ਪੈਂਦਾ ਸੀ। ਕਾਲੇ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕੋਈ ਕਿਰਪਾ ਕਰਕੇ ਕੋਈ ਘਰ-ਬਾਰ ਸਾਡਾ ਬਣ ਜਾਵੇ, ਅਸੀਂ ਬਨਵਾਸੀ ਬਣ ਕੇ ਟੱਪਰੀਵਾਸ ਬਣ ਕੇ ਦਿਨ ਕੱਟ ਰਹੇ ਹਾਂ। ਮਹਾਰਾਜ ਕਹਿੰਦੇ ਫਿਰ ਜੰਗ ਕਰੋ। ਉਹ ਕਹਿੰਦੇ ਜਿਹੜਾ ਕੌੜਿਆਂ ਦਾ ਸਰਦਾਰ ਸੀ ਉਹ ਬੜਾ ਡਾਢਾ ਸੀ, ਉਹਨੂੰ ਮਾਰਨਾ ਬੜਾ ਔਖਾ ਸੀਗਾ। ਤੇ ਪਰ ਕਾਲੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨੂੰ ਜਦੋਂ ਮਾਰਿਆ ਨਾ, ਤੇ ਉਹ ਜਦੋਂ ਕੌੜਿਆਂ ਦਾ ਸਰਦਾਰ ਮਾਰ ਕੇ ਗੁਰੂ ਸਾਹਿਬ ਕੋਲ ਆਏ ਤੇ ਸਿੱਖਾਂ ਨੇ ਆਖਿਆ, ਮਹਾਰਾਜ ਐਡਾ ਬੰਦਾ ਦਲੇਰ ਹੈ, ਕਹਿੰਦੇ ਵੀ ਇਹ ਸ਼ੇਰ ਦੇ ਮੂੰਹ ਤੇ ਏਦਾਂ ਪਾ ਕੇ ਹੱਥ ਤੇ ਉਹਦਾ ਜਵਾੜਾ ਪਾੜ ਦਿੰਦਾ, ਐਡਾ ਬਲੀ, ਇਹਦੀ ਤਾਕਤ ਕਿੱਥੋਂ ਆਈ? ਸਤਿਗੁਰੂ ਜੀ ਕਹਿਣ ਲੱਗੇ ਇਹਦੀ ਤਾਕਤ ਇਵੇਂ ਆਈ ਸੀ ਕਿ ਇਹ ਜਿਸ ਦਿਨ ਆਪਣੀ ਮਾਂ ਦੇ ਪੇਟ 'ਚ ਇਹਦਾ ਨਿਵਾਸ ਹੋਇਆ ਨਾ, ਪਹਿਲੇ ਦਿਨ ਇਹਦੀ ਮਾਂ ਚੁਬਾਰੇ 'ਚ ਬੈਠੀ ਹੋਈ ਸੀ ਉੱਪਰ। ਸਵੇਰੇ ਸਵੇਰੇ ਉੱਠੀ ਤੇ ਉਹ ਜਿਹੜੀ ਚੁਬਾਰੇ ਦੀ ਤਾਕੀ ਖੋਲੀ, ਸਾਹਮਣੇ ਪਾਣੀ ਦਾ ਤਲਾਬ ਸੀਗਾ, ਉੱਥੇ ਸ਼ੇਰ ਪਾਣੀ ਪੀਣ ਆ ਗਿਆ। ਇਹ ਬੜੇ ਆਰਾਮ ਨਾਲ ਸ਼ੇਰ ਵੱਲ ਵੇਖਦੀ ਰਹੀ। ਉਹ ਜਿਹੜਾ ਸੰਸਕਾਰ ਸੀ ਨਾ ਮਾਂ ਦੀਆਂ ਅੱਖਾਂ ਰਾਹੀਂ ਇਹਦੇ ਤੇ ਪਿਆ, ਇੰਨਾ ਦਲੇਰ ਹੋ ਗਿਆ ਵੀ ਸ਼ੇਰ ਨੂੰ ਵੇਖ ਕੇ ਡਰਦਾ ਨਹੀਂ ਸੀ। ਇਹਦਾ ਖਿਆਲ ਇੱਦਾਂ ਦੇ ਬਣ। ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਡੇ ਇਤਿਹਾਸ ਵਿੱਚ ਮਿਲਦੀਆਂ। ਤੋ ਸਾਧ ਸੰਗਤ ਜੀ, ਜਦੋਂ ਉਹ ਬੱਚਾ ਕਹਿਣ ਲੱਗਾ, ਤਾਇਆ ਜੀ ਮੈਂ ਉਸ ਚੱਕਰਵਿਊਹ ਨੂੰ ਤੋੜ ਸਕਦਾ, ਕਿਉਂਕਿ ਪਿਤਾ ਜੀ ਮਾਤਾ ਜੀ ਨੂੰ ਜਦੋਂ ਦੱਸ ਰਹੇ ਸੀ ਵੀ ਚੱਕਰਵਿਊਹ ਏਦਾਂ ਤੋੜੀਦਾ, ਉਸ ਵੇਲੇ ਮਾਤਾ ਜੀ ਜਾਗਦੇ ਸਨ। ਜਦੋਂ ਪਿਤਾ ਜੀ ਦੱਸਣ ਲੱਗੇ ਵੀ ਚੱਕਰ ਵਿੱਚ ਏਦਾਂ ਨਿਕਲੀਦਾ, ਉਦੋਂ ਮਾਤਾ ਜੀ ਸੌਂ ਗਏ। ਜਦੋਂ ਮਾਂ ਦੀ ਸੁਰਤ ਬੰਦ ਹੋ ਗਈ, ਮੇਰੇ ਨਾਲ ਜਿਹੜੀ ਕਨੈਕਸ਼ਨ ਸੀ ਨਾ ਪਿਤਾ ਦੀਆਂ ਗੱਲਾਂ ਦਾ, ਉਹ ਟੁੱਟ ਗਿਆ। ਹੁਣ ਮੈਂ ਉਹਦੇ ਵਿੱਚੋਂ ਨਿਕਲ ਨਹੀਂ ਸਕਾਂਗਾ। ਹੁਣ ਸਵੇਰੇ ਜੰਗ ਲੜਨਾ ਸੀਗਾ। 17 ਸਾਲਾਂ ਦਾ ਅਭਿਮਨਯੂ ਮੈਦਾਨੇ ਜੰਗ 'ਚ ਨਿਤਰਿਆ ਨੇ ਚੱਕਰਵਿਊਹ ਤੋੜ ਦਿੱਤਾ। ਚੱਕਰਵਿਊਹ ਤੋੜ ਕੇ ਜਦੋਂ ਵਿੱਚ ਗਿਆ ਤਾਂ ਉੱਥੋਂ ਨਿਕਲ ਨਹੀਂ ਪਾਇਆ। ਇਹਨਾਂ ਨੇ, ਦਰੋਣਾਚਾਰਿਆ ਨੇ ਔਰ ਕਰਨ ਨੇ, ਦੁਰਯੋਧਨ ਨੇ, ਸ਼ਕੁਨੀ ਨੇ ਔਰ ਸਾਧ ਸੰਗਤ ਜੀ ਜਿਹੜਾ ਉਹਦਾ ਦੁਸ਼ਾਸਨ ਹੈ, ਤੇ 7ਵੇਂ ਨੰਬਰ ਤੇ ਜੈਦਰਥ, ਇਹਨਾਂ ਨੇ ਉਹਨੂੰ ਘੇਰ ਲਿਆ। ਜਦੋਂ ਘੇਰ ਲਿਆ, ਉਹ ਨੌਜਵਾਨ ਲੜਦਾ ਲੜਦਾ ਜੈਦਰਥ ਨੇ ਬੜੀ ਬੁਰੀ ਤਰ੍ਹਾਂ ਉਹਨੂੰ ਟੋਟੇ ਟੋਟੇ ਕਰ ਦਿੱਤਾ, ਮਾਰ ਦਿੱਤਾ। ਜੈਦਰਥ ਨੇ ਜਦੋਂ ਮਾਰ ਦਿੱਤਾ ਤਾਂ ਉਸ ਵੇਲੇ ਅਭਿਮਨਯੂ ਨੇ, ਅਰਜਨ ਨੇ ਆਪਣੇ ਪੁੱਤਰ ਦੀ ਮੌਤ ਤੇ ਦੁਖੀ ਹੋ ਕੇ ਇਹ ਬਹੁਤ ਹੀ ਨਿਰਾਸ਼ਾ ਦੇ ਨਾਲ ਤੁਹਾਨੂੰ ਸੁੱਟ ਦਿੱਤਾ। ਕਹਿਣ ਲੱਗਾ ਮੈਂ ਜੰਗ ਨਹੀਂ ਲੜਾਂਗਾ। ਕ੍ਰਿਸ਼ਨ ਜੀ ਕਹਿੰਦੇ ਨਹੀਂ, ਸੂਰਮਾ ਬਣ, ਯੁੱਧ ਕਰ, ਯੁੱਧ ਕਰ। ਫਿਰ ਇਹਨੇ ਪਰਣ ਕੀਤਾ ਵੀ ਮੈਂ ਸ਼ਾਮ ਤੋਂ ਪਹਿਲਾਂ, ਵੀ ਜੇ ਹਨੇਰਾ ਪੈਣ ਤੋਂ ਪਹਿਲਾਂ ਜੈਦਰਥ ਨੂੰ ਨਾ ਮਾਰਿਆ ਤਾਂ ਫਿਰ ਮੈਂ ਸੜ ਕੇ ਮਰ ਜਾਵਾਂਗਾ। ਉਹ ਐਸਾ ਪਾਣਾ ਵਰਤਿਆ ਵੀ ਸੂਰਜ ਦੇ ਸਾਹਮਣੇ ਬਦਲੀ ਆ ਗਈ, ਏਦਾਂ ਲੱਗਾ ਵੀ ਹੁਣ ਸੂਰਜ ਛਿਪ ਗਿਆ ਹੈ। ਤੇ ਇਹ ਅਰਜਨ ਜਿਹੜਾ ਸੀ, ਇਹ ਚਿਤਾ ਬਣਾ ਕੇ ਸੜਨ ਲੱਗਾ ਸੀ। ਭਗਵਾਨ ਨੇ ਉਹ ਬਦਲੀ ਪਰੇ ਹਟਾਤੀ ਤੇ ਉਹਨੂੰ ਦੱਸਿਆ ਵੀ ਅਜੇ ਤਾਂ ਸੂਰਜ ਖੜਾ ਹੈ। ਫਿਰ ਉਹਨੇ ਉਹਨੂੰ ਮਾਰ ਦਿੱਤਾ। ਸੋ ਮਰਨ ਲੱਗਿਆ ਜੈਦਰਥ ਦੀ ਜਿਹੜੀ ਬਿਰਤੀ ਸੀ, ਉਹ ਜੰਗ ਦੇ ਮੈਦਾਨ ਵਿੱਚ ਉਹ ਐਸੀ ਕੋਈ ਕਲਾ ਵਰਤੀ, ਉਹ ਜੂਨਾਂ 'ਚ ਪੈ ਗਿਆ। ਕਿਉਂਕਿ ਕਾਇਰ ਸੀ ਨਾ, ਉਹਨੇ ਕੰਮ ਮਾੜਾ ਕੀਤਾ ਸੀ, ਬੱਚੇ ਦੇ ਵਾਰ ਕੀਤਾ, ਧੋਖੇ ਨਾਲ ਮਾਰਿਆ। ਉਹ ਫਿਰ ਸ਼ੇਰ ਦੀ ਜੂਨੀ 'ਚ ਪਿਆ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਕੋਈ 5000 ਸਾਲ ਬਾਅਦ ਉਹਦੀ ਆਤਮਾ ਦਾ ਕਲਿਆਣ ਕਰ ਦਿੱਤਾ। ਸੋ ਮਹਾਰਾਜ ਕਹਿੰਦੇ ਇਹ ਪੁਰਾਣਾ ਮਹਾਭਾਰਤ ਦਾ ਯੋਧਾ ਸੀ, ਇਹ ਜੂਨੀ 'ਚ ਪਿਆ ਹੋਇਆ ਸੀ। ਭਾਰਤ ਮਹਿ ਮਰ ਰਹਿਓ ਕੁੜਾਲਾ। ਇਹ ਮਹਾਭਾਰਤ ਦੇ ਜੰਗ 'ਚ ਕੁਰਸ਼ੇਤਰ ਦੇ ਮੈਦਾਨ 'ਚ ਅਰਜਨ ਹੱਥੋਂ ਮਾਰਿਆ ਗਿਆ ਸੀ। ਭਾਵੀ ਵਾਸਤੇ ਧਰ ਤਨ ਜਾਲਾ। ਇਹ ਭਾਵੀ ਦੇ ਵਸ ਇਹ ਸਰੀਰ ਇਹਨੂੰ ਮਿਲਿਆ ਸੀ। ਕਿਉਂਕਿ ਕੋਈ ਵੀ ਆਤਮਾ ਹੈ, ਮਰਦੀ ਨਹੀਂ। ਆਖੋ ਸ੍ਰੀ ਵਾਹਿਗੁਰੂ। ਚੋਲੇ ਬਦਲਦੀ ਰਹਿੰਦੀ। ਜਿਵੇਂ ਆਪਾਂ ਇੱਕ ਕੱਪੜੇ ਲਾ ਕੇ ਦੂਜੇ ਪਾ ਲੈਂਦੇ ਆ, ਅੱਜ ਅਸੀਂ ਨੀਲੇ ਪਾ ਲਏ, ਕੱਲ ਚਿੱਟੇ ਪਾ ਲਏ, ਪਰਸੋਂ ਪੀਲੇ ਪਾ ਲਏ, ਅੱਜ ਠੰਡੇ ਪਾ ਲਏ, ਕੱਲ ਗਰਮ ਪਾ ਲਏ। ਕੱਪੜੇ ਬਦਲਦਾ, ਏਦਾਂ ਹੀ ਇਹ ਆਤਮਾ ਚੋਲੇ ਬਦਲਦੀ ਹੈ। ਹਜ਼ਾਰਾਂ ਸਰੀਰ, ਲੱਖਾਂ ਸਰੀਰ ਧਾਰਨ ਕਰਦੀ ਹੈ। ਅੱਜ ਇਸ ਸਰੀਰ ਵਿੱਚ ਆ ਗਈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਆ ਜਿਹੜਾ ਮਨੁੱਖਾ ਜਨਮ ਹੈ, ਇਹ ਪ੍ਰਮਾਤਮਾ ਨੂੰ ਮਿਲਣ ਵਾਸਤੇ ਹੈ। ਜੇ ਨਾ ਮਿਲਿਆ ਨਾ, ਫਿਰ ਜੂਨੀਆਂ 'ਚ ਪੈ ਜਾਏਗਾ, ਜਿਵੇਂ ਜੈਦਰਥ ਮਾੜੇ ਕਰਮ ਕਰਕੇ ਜੂਨਾਂ 'ਚ ਪੈ ਚੁੱਕਾ ਸੀ।
ਪਰ ਭਗਵਾਨ ਕ੍ਰਿਸ਼ਨ ਜੀ ਵਰਗੇ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਸਨ। ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਵਾਲੇ ਪਾਤਸ਼ਾਹ ਦੇ ਹੱਥੋਂ ਅੱਜ ਮੁਕਤੀ ਹੋਈ ਹੈ। ਪਾਛਲ ਜਨਮ ਹੁਤੋ ਇਸ ਕਿਆ। ਮਹਾਰਾਜ ਕਹਿੰਦੇ ਦਾ ਪਿਛਲਾ ਜਨਮ ਜਿਹੜਾ ਸੀ ਇਹ ਜੋਧਾ ਸੀ, ਇਹਦਾ ਨਾਮ ਜੈਦਰਥ ਸੀ। ਕੇਹਰ ਪਇਓ ਕਰਾਰ ਬਡੇਰਾ। ਹੁਣ ਇਹ ਭਿਆਨਕ ਇਹਦੀ ਜੂਨੀ ਸੀ, ਸ਼ੇਰ ਦੀ ਡਰਾਉਣੀ ਜੂਨੀ 'ਚ ਪਿਆ ਹੋਇਆ ਸੀ। ਅਬ ਅੰਮ੍ਰਿਤ ਹੋਏ ਭਲੀ ਗਤ ਲਹੀ। ਅੱਜ ਸਾਡੇ ਹੱਥੋਂ ਮਰ ਗਿਆ ਹੈ, ਇਹਦੀ ਮੁਕਤੀ ਹੋ ਗਈ, ਇਹਦੀ ਭਲੀ ਗਤੀ ਹੋ ਗਈ ਹੈ, ਇਹਦੀ ਸਦਗਤੀ ਹੋ ਗਈ ਹੈ। ਜਗ ਮੈਂ ਬਹੁਰ ਜਨਮ ਇਸ ਨਹੀਂ। ਮਹਾਰਾਜ ਕਹਿੰਦੇ ਸਾਡੇ ਹੱਥੋਂ ਮਰਿਆ ਹੈ, ਹੁਣ ਇਹ ਦੁਬਾਰਾ ਇਸ ਸੰਸਾਰ ਵਿੱਚ ਨਹੀਂ ਆਏਗਾ। ਇਹਦਾ ਆਉਣਾ ਜਾਣਾ ਮੁੱਕ ਗਿਆ ਹੈ, ਇਹਦਾ ਜਨਮ ਮਰਨ ਕੱਟਿਆ ਗਿਆ ਹੈ, ਇਹਦੀ ਅਸੀਂ ਮੁਕਤੀ ਕਰ ਦਿੱਤੀ ਹੈ। ਸੁਨ ਕਰ ਧਨ ਧਨ ਸਭ ਕਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਸੁਣ ਕੇ ਸਾਰੀਆਂ ਸੰਗਤਾਂ, ਰਾਜਾ ਮੇਦਨੀ ਪ੍ਰਕਾਸ਼, ਰਾਜਾ ਫਤਿਹ ਸ਼ਾਹ ਅਤੇ ਗੁਰੂ ਕੇ ਸਿੱਖ ਤੇ ਰਾਜੇ ਦੀਆਂ ਫੌਜਾਂ ਧੰਨ ਗੁਰੂ ਧੰਨ ਗੁਰੂ ਧੰਨ ਕਲਗੀ ਵਾਲੇ ਪਾਤਸ਼ਾਹ ਏਦਾਂ ਕਹਿਣ ਲੱਗ ਪਈਆਂ। ਮਹਾ ਪ੍ਰਤਾਪਵਾਨ ਮਨ ਲਹੈ। ਸਭ ਜਾਣ ਗਏ ਵੀ ਸਤਿਗੁਰੂ ਬੜੇ ਪ੍ਰਤਾਪੀ ਹਨ, ਇਹ ਆਪਣੇ ਸ਼ਸਤਰਾਂ ਨਾਲ ਵੀ ਜੀਵਾਂ ਦਾ ਕਲਿਆਣ ਕਰ ਰਹੇ ਹਨ। ਗੁਰੂ ਹਰ ਤਰ੍ਹਾਂ ਨਾਲ ਭਲਾ ਹੀ ਕਰਦਾ ਹੈ, ਉਹ ਆਪਣੀ ਬਾਣੀ ਨਾਲ ਵੀ ਭਲਾ ਕਰਦਾ ਹੈ, ਉਹ ਆਪਣੇ ਸ਼ਸਤਰਾਂ ਨਾਲ ਵੀ ਭਲਾ ਹੀ ਕਰਦਾ ਹੈ। ਤੇ ਉਚਵਾਏ ਪਾਵਟੇ ਲਿਆਏ। ਉਹ ਸ਼ੇਰ ਦਾ ਸਰੀਰ ਝੁਕਵਾ ਕੇ ਗੁਰੂ ਸਾਹਿਬ ਜੀ ਉਹਨੂੰ ਪੌਂਟਾ ਸਾਹਿਬ ਲੈ ਆਏ। ਕਰਤ ਬਤਕ ਨਿਰਪ ਜੁਤ ਪ੍ਰਭ ਆਏ। ਮਹਾਰਾਜ ਸੱਚੇ ਪਾਤਸ਼ਾਹ ਰਾਜੇ ਮੇਦਨੀ ਪ੍ਰਕਾਸ਼ ਤੇ ਰਾਜੇ ਫਤਿਹ ਸ਼ਾਹ ਨਾਲ ਹਾਥੀਆਂ ਤੇ ਬੈਠੇ ਗੱਲਾਂ ਬਾਤਾਂ ਕਰਦੇ ਆ ਰਹੇ ਹਨ। ਉਤਰੇ ਨਿਜ ਨਿਜ ਸਕਲ ਠਿਕਾਨੇ। ਦੁਪਹਿਰਾ ਢਲ ਗਿਆ, ਸਾਰੇ ਆਪਣੀ ਆਪਣੀ ਥਾਵਾਂ ਤੇ ਆ ਉਤਰੇ। ਮਿਲ ਆਪਸ ਮੈਂ ਸੋ ਜਸ ਬਖਾਨੇ। ਸਾਰੇ ਆਪਸ ਚ ਮਿਲ ਕੇ ਗੁਰੂ ਦਾ ਜਸ ਕਰ ਰਹੇ ਸਨ। ਗੁਰੂ ਸਾਹਿਬ ਦੀ ਬਹਾਦਰੀ ਦੀ ਚਰਚਾ ਅੱਜ ਬੱਚੇ ਦੀ ਜ਼ੁਬਾਨ ਉੱਤੇ ਸੀ। ਸਗਰੇ ਲੋਕ ਕਹਿਰੀ ਹੈ ਰਹੇ। ਉਹ ਬੜਾ ਭਿਆਨਕ ਕੱਦ ਸ਼ੇਰ ਦਾ ਲਿਆਂਦਾ, ਜਦੋਂ ਅੱਧਾ ਹਿੱਸਾ ਉਹਦਾ ਅਗਲਾ ਅੱਧਾ ਪਿਛਲਾ ਇਕੱਠਾ ਚੁੱਕ ਕੇ ਲਿਆਏ ਨਾ, ਜਦੋਂ ਸਾਰੇ ਉਸ ਸ਼ੇਰ ਵੱਲ ਵੇਖਦੇ ਸਨ, ਜਿੰਨੇ ਪੌਂਡੇ ਵਾਲੇ ਲੋਕ ਸਨ ਉਹ ਵੇਖਣ ਆਏ। ਮਾਰਨ ਤੇ ਬਿਸਮਾਏ ਬੜੇ ਰਹੇ। ਇਹਨੂੰ ਗੁਰੂ ਸਾਹਿਬ ਨੇ ਮਾਰਿਆ ਹੈ, ਇੱਕੋ ਤਲਵਾਰ ਨਾਲ ਮਾਰਿਆ ਹੈ। ਇਹ ਗੱਲ ਸੁਣ ਕੇ ਤੇ ਸਾਰੇ ਮੂੰਹ ਚੁੰਗਲਾਂ ਪਾਉਂਦੇ ਸਨ, ਹੈਰਾਨ ਹੁੰਦੇ ਸਨ। ਸੋ ਦਿਨ ਬੀਤਿਓ ਨਿਸਾ ਬਿਤਾਈ। ਉਹ ਦਿਨ ਬੀਤ ਗਿਆ ਤੇ ਉਹ ਰਾਤ ਵੀ ਬੀਤ ਗਈ। ਵਿਦਾ ਹੋਏ ਪੁਨ ਦੋਨੋਂ ਹਰਾਈ। ਅਗਲੇ ਦਿਨ ਦੋਵਾਂ ਰਾਜਿਆਂ ਨੇ ਆਖਿਆ, ਗੁਰੂ ਜੀ ਹੁਣ ਸਾਨੂੰ ਆਗਿਆ ਦਿਓ, ਅਸੀਂ ਆਪਣੇ ਆਪਣੇ ਰਾਜਾਂ ਨੂੰ ਜਾਈਏ। ਰਾਜਾ ਮੇਦਨੀ ਪ੍ਰਕਾਸ਼ ਨਾਣ ਨੂੰ ਚਲਾ ਗਿਆ ਤੇ ਰਾਜਾ ਫਤਿਹ ਸ਼ਾਹ ਵਿਦਾਇਗੀ ਲੈ ਕੇ ਗੜਵਾਲ ਸ੍ਰੀਨਗਰ ਨੂੰ ਚਲਾ ਗਿਆ। ਜਬ ਦਰਬਾਰ ਲਗਿਓ ਤਬ ਆਏ। ਜਦੋਂ ਮਹਾਰਾਜ ਦਾ ਦਰਬਾਰ ਲੱਗਾ, ਇਹ ਦੋਵੇਂ ਰਾਜੇ ਵਿਦਾਇਗੀ ਲੈਣ ਆਏ। ਕਰ ਬੰਧਨ ਕੋ ਬੈਨ ਸੁਨਾਏ। ਇਹਨਾਂ ਨੇ ਮੱਥਾ ਟੇਕ ਕੇ ਬੇਨਤੀ ਕੀਤੀ, ਦੇਗ ਹੇਤ ਲਿਓ ਹਮ ਤੇ ਗ੍ਰਾਮੋ। ਮਹਾਰਾਜ ਰਾਜਾ ਮੇਦਨੀ ਪ੍ਰਕਾਸ਼ ਵੀ ਕਹਿੰਦਾ, ਰਾਜਾ ਫਤਿਹ ਸ਼ਾਹ ਵੀ ਕਹਿੰਦਾ, ਮਹਾਰਾਜ ਗੁਰੂ ਦਾ ਲੰਗਰ ਬੜਾ ਚੱਲਦਾ, ਹਜ਼ਾਰਾਂ ਲੋਕ ਤੁਹਾਡੇ ਲੰਗਰ 'ਚ ਰੋਜ਼ ਪ੍ਰਸ਼ਾਦਾ ਛਕਦੇ ਨੇ, ਗਰੀਬ ਗੁਰਬੇ ਦਾ ਤੁਸੀਂ ਸਹਾਰਾ ਬਣਦੇ ਹੋ, ਤੁਹਾਡੇ ਲੰਗਰ 'ਚ ਖਰਚਾ ਬੜਾ ਹੈ, ਕੁਝ ਪਿੰਡਾਂ ਦੀ ਜਗੀਰ ਸਾਡੇ ਕੋਲੋਂ ਲੰਗਰ ਲਈ ਲੈ ਲਵੋ ਤਾਂ ਕਿ ਗੁਰੂ ਦੇ ਲੰਗਰ ਦੇ ਵਿੱਚ ਘਾਟਾ ਨਾ ਪਵੇ, ਮਾਇਆ ਦੀ ਕਮੀ ਨਾ ਆਵੇ। ਸੱਚੇ ਪਾਤਸ਼ਾਹ ਕੁਝ ਜਗੀਰਾਂ ਅਸੀਂ ਭੇਟਾ ਕਰਨੇ ਚਾਹੁੰਦੇ ਹਾਂ, 10-20 ਪਿੰਡ ਅਸੀਂ ਗੁਰੂ ਕੇ ਨਾਂ ਲਵਾ ਦਿਆਂਗੇ। ਉਹਨਾਂ ਪਿੰਡਾਂ ਦੀ ਜਿਹੜੀ ਆਮਦਨ ਹੋਵੇਗੀ ਉਹਦੇ ਨਾਲ ਅਸੀਂ ਗੁਰੂ ਦਾ ਲੰਗਰ ਤੁਹਾਡਾ ਚੱਲੀ ਜਾਏਗਾ। ਭਲੋ ਕਰੋ ਰਾਵਰ ਗੁਣ ਧਾਮੋ। ਮਹਾਰਾਜ ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਸਭ ਦਾ ਭਲਾ ਕਰਦੇ ਹੋ, ਤੁਹਾਡੇ ਕੋਲੋਂ ਹਰ ਗਰੀਬ ਗੁਰਗਾ ਰੋਟੀ ਖਾ ਕੇ ਆਪਣਾ ਪੇਟ ਭਰਦਾ ਹੈ। ਇਸ ਕਰਕੇ ਕੁਝ ਪਿੰਡਾਂ ਦੀ ਜਗੀਰ ਪੌਂਟਾ ਸਾਹਿਬ ਗੁਰੂ ਕੇ ਲੰਗਰ ਦੇ ਨਾਂ ਲਾ ਦਈਏ। ਅੰਗੀਕਾਰ ਭੇਟ ਕੋ ਕਰੋ। ਮਹਾਰਾਜ ਸਾਡੀ ਇਹ ਭੇਟਾ ਪ੍ਰਵਾਨ ਕਰੋ, ਅੰਗੀਕਾਰ ਕਰੋ। ਹਿਰਦੇ ਮਨੋਰਥ ਹਮਰੇ ਪੁਰਹੋ। ਸਾਡੇ ਮਨ ਦੀਆਂ ਮਹਾਰਾਜ ਮੁਰਾਦਾਂ ਪੂਰੀਆਂ ਕਰੋ, ਸਾਡੀ ਬੇਨਤੀ ਮੰਨੋ। ਕੁਝ ਪਿੰਡਾਂ ਦੀ ਜਗੀਰ ਸ੍ਰੀ ਪੌਂਟਾ ਸਾਹਿਬ ਦੇ ਲੰਗਰ ਨਾਲ ਲੱਗ ਜਾਵੇ, ਗੁਰੂ ਦਾ ਲੰਗਰ ਚੱਲਦਾ ਹੈ, ਹਜ਼ਾਰਾਂ ਲੋਕ ਰੋਟੀ ਖਾਂਦੇ ਨੇ। ਮਹਾਰਾਜ ਸਾਡੀ ਸੇਵਾ ਵੀ ਪ੍ਰਵਾਨ ਕਰ ਲਵੋ। ਫਤਿਹ ਸ਼ਾਹ ਤੇ ਸੁਨ ਕਰ ਬਾਣੀ। ਰਾਜੇ ਫਤਿਹ ਸ਼ਾਹ ਦੀ ਇਹ ਬੇਨਤੀ ਸੁਣ ਕੇ ਮੁਖ ਮੁਸਕਾਵਤ ਪ੍ਰਭੂ ਬਖਾਨੀ। ਹੱਸ ਪਏ, ਮੁਸਕਰਾ ਪਏ। ਕਲਗੀਆਂ ਵਾਲੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ,
ਗੁਰ ਕਰ ਕੀ ਤੁਮ ਸ਼ਰਨੀ ਆਵੋ। ਮਹਾਰਾਜ ਕਹਿੰਦੇ ਰਾਜਾ ਤੁਸੀਂ ਗੁਰੂ ਘਰ ਦੀ ਸ਼ਰਨ ਪਾਓ। ਇਹ ਗੁਰੂ ਨਾਨਕ ਦਾ ਘਰ ਹੈ, ਇਹ ਸਭ ਦੀਆਂ ਝੋਲੀਆਂ ਭਰਦਾ ਹੈ, ਇੱਥੋਂ ਦਾ ਸਭ ਨੂੰ ਮਿਲਦਾ ਹੈ, ਇੱਥੋਂ ਸਭ ਕੁਝ ਲੈ ਕੇ ਜਾਂਦੇ ਨੇ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਏ। ਹਾਂਜੀ, ਚਾਹੋ ਅਕਾਲ ਪੁਰਖ ਤੇ ਪਾਵੋ। ਜੋ ਵੀ ਅਕਾਲ ਪੁਰਖ ਤੋਂ ਚਾਹੋਗੇ ਮਿਲੇਗਾ। ਜੋ ਮੰਗੇ ਠਾਕਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਕੋਈ ਨਾ ਕਮੀ ਦੇਗ ਸਤਿਗੁਰ ਕੀ। ਮਹਾਰਾਜ ਕਹਿੰਦੇ ਰਾਜਾ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ 20 ਰੁਪਈਆਂ ਦਾ ਲੰਗਰ ਹੈ। ਇਹ ਕਦੀ ਕਮੀ ਵਿੱਚ ਆਉਂਦੀ ਨਹੀਂ। ਇਹਦੇ ਵਿੱਚ ਕਿਸੇ ਜਗੀਰਾਂ ਦੀ, ਕਿਸੇ ਪਿੰਡਾਂ ਦੀ, ਕਿਸੇ ਰਾਜੇ ਮਹਾਰਾਜੇ ਦੀ ਲੋੜ ਨਹੀਂ ਹੈ। ਇਹ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਪਾਤਸ਼ਾਹ ਦੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 20 ਰੁਪਈਏ ਖਰਚ ਕੇ ਲਾਇਆ ਹੈ। ਤੋੜ ਨਾ ਆਵੇ ਵਧਦੋ ਜਾਈ, ਇਹਦੇ ਵਿੱਚ ਘਾਟਾ ਨਹੀਂ ਆ ਸਕਦਾ। ਉਹ ਹੈ ਕਾਮਨਾ ਦਾਸਨ ਉਰ ਕੀ। ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਭ ਦੀਆਂ ਕਾਮਨਾ ਪੂਰੀਆਂ ਕਰਦੇ ਨੇ। ਜਿੰਨੀ ਵੀ ਸ੍ਰਿਸ਼ਟੀ ਆ ਸਭ ਦੇ ਪੇਟ ਵਿੱਚ ਪਾ ਕੇ ਫਿਰ ਸੌਂਦੇ ਨੇ ਪਾਤਸ਼ਾਹ। ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੇ। ਸਹਿਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਪੱਥਰ ਦੇ ਵਿੱਚ ਕੀੜਾ ਹੁੰਦਾ, ਉਹਦੇ ਕੀੜੇ ਕੋਲ ਜਾਣ ਵਾਸਤੇ ਕੋਈ ਰਸਤਾ ਨਹੀਂ ਹੁੰਦਾ। ਕੋਲ ਪੱਥਰ ਹੁੰਦਾ, ਉਹਦੇ ਵਿੱਚ ਹੁਣ ਦੱਸੋ ਕੋਈ ਹੈ ਰਸਤਾ? ਉਹ ਪੱਥਰ ਨੂੰ ਤੋੜਦੇ ਆ, ਦੇ ਵਿੱਚੋਂ ਕੀੜਾ ਭੂਰੇ ਰੰਗ ਦਾ, ਬਰਾਊਨ ਰੰਗ ਦਾ ਨਿਕਲਦਾ। ਉਹਦੇ ਅੱਗੇ ਸ਼ੱਕਰ ਪਈ ਹੁੰਦੀ ਮਿੱਠੀ, ਉਹਨੂੰ ਚੂਸ ਰਿਹਾ ਹੁੰਦਾ। ਕਈ ਵਾਰੀ ਲੋਕਾਂ ਨੇ ਇਹ ਦੇਖਿਆ ਹੈ। ਪਾਖਨ ਕੀਟ ਗੁਪਤ ਹੋਏ ਰਹਿਤਾ, ਤਾਂਚੋ ਮਾਰਗ ਨਾਹੀ। ਪਰ ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਮਹਾਰਾਜ ਕਹਿੰਦੇ ਪੱਥਰ 'ਚ ਕੀੜਾ ਗੁਪਤ ਹੋ ਕੇ ਰਹਿੰਦਾ। ਕੀੜੇ ਕੋਲ ਜਾਣ ਨੂੰ, ਰਾਸ਼ਨ ਸਪਲਾਈ ਕਰਨ ਨੂੰ ਕੋਈ ਰਸਤਾ ਨਹੀਂ। ਪਰ ਕੁਦਰਤ ਦਾ ਕ੍ਰਿਸ਼ਮਾ ਹੈ। ਪਤਾ ਨਹੀਂ ਕਦੋਂ ਦਾ ਪੱਥਰ ਬਣਿਆ ਹੈ, ਕਦੋਂ ਦਾ ਕੀੜਾ ਵਿੱਚ ਬੈਠਾ ਹੈ, ਉਹ ਖਾ ਕੀ ਰਿਹਾ ਹੈ, ਉਹਦੇ ਕੋਲ ਖੁਰਾਕ ਦਿੱਤੀ ਕਹਿੰਦੇ ਆ। ਇਹ ਉਸ ਕੁਦਰਤ ਦੀ ਖੇਡ ਨੂੰ ਕੋਈ ਨਹੀਂ ਜਾਣ ਸਕਦਾ। ਹਾਂਜੀ, ਗੁਰ ਕੀ ਦੇਗ ਔਰ ਤੇਗ ਸਵਾਈ। ਮਹਾਰਾਜ ਕਹਿੰਦੇ ਗੁਰੂ ਕੀ ਦੇਗ ਔਰ ਤੇਗ ਸਵਾਈ ਰਹਿਣੀ। ਦੇਗ ਤੇਗ ਜਗ ਮੈਂ ਦੋ ਚਲੈ, ਰਾਖ ਆਪ ਮੋਏ ਔਰ ਨਾ ਦਲੈ। ਗੁਰੂ ਕੀ ਦੇਗ ਔਰ ਗੁਰੂ ਕੀ ਤੇਗ ਵੱਧਦੀ ਜਾਏਗੀ, ਇਹ ਕਦੀ ਘਾਟਾ ਨਹੀਂ ਆਵੇਗਾ। ਦੇਗ ਤੇਗ ਫਤਿਹ, ਇਹ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ। ਦਿਨ ਪ੍ਰਤ ਵਧੈ ਸਰਬ ਲਗ ਜਾਈ। ਮਹਾਰਾਜ ਕਹਿੰਦੇ ਸਭ ਸੰਸਾਰ ਵਿੱਚ ਵਧਣੀ ਹੈ। ਇੱਕ ਦਿਨ ਆਵੇਗਾ ਦੁਨੀਆ ਦੇ ਹਰ ਕੋਨੇ ਦੇ ਗੁਰੂ ਕੀ ਤੇਗ ਦੇ ਵੀ ਦਰਸ਼ਨ ਹੋਣਗੇ ਤੇ ਗੁਰੂ ਦੀ ਦੇਗ ਦੇ ਵੀ ਦਰਸ਼ਨ ਹੋਣਗੇ। ਅੱਜ ਦੇਖੋ ਸਾਧ ਸੰਗਤ ਜੀ, ਅੱਜ ਇਹਨਾਂ ਮੁਲਕਾਂ 'ਚ ਤੁਸੀਂ ਬੈਠੇ ਹੋ, ਇੱਥੇ ਕੋਈ ਆਸ ਕਰਦਾ ਸੀ ਵੀ ਫ੍ਰੀ ਲੰਗਰ ਮਿਲੇਗਾ। ਜਦੋਂ ਗੋਰਿਆਂ ਨੂੰ ਪਤਾ ਲੱਗਦਾ ਨਾ, ਉਹ ਕਹਿੰਦੇ ਹੈ ਫ੍ਰੀ ਫੂਡ ਮਿਲਦਾ। ਉਹ ਬੜੇ ਹੈਰਾਨ ਹੁੰਦੇ ਵੀ ਫ੍ਰੀ ਕਿਵੇਂ ਦੇ ਦਿੰਦੇ। ਕਹਿੰਦੇ ਫ੍ਰੀ ਦਾ ਅਸੀਂ ਕਿਸੇ ਨੂੰ ਪਾਣੀ ਨਹੀਂ ਪਿਆਉਂਦੇ, ਇਹ ਰੋਟੀਆਂ ਤੇ ਪਰੌਂਠੇ ਤੇ ਪੀਜੇ ਫ੍ਰੀ ਖਵਾਈ ਜਾਂਦੇ ਆ। ਇਹ ਸਤਿਗੁਰੂ ਨਾਨਕ ਸਾਹਿਬ ਖਵਾਉਂਦੇ, ਅਸੀਂ ਥੋੜਾ ਖਵਾਉਂਦੇ। ਸਾਨੂੰ ਤਾਂ ਮਹਾਰਾਜ ਨੇ ਸੋਭਾ ਦਿੱਤੀ ਹੋਈ ਆ, ਪਰ ਅਸੀਂ ਕਈ ਵਾਰੀ ਆਪਣੇ ਨਾਂ ਤੇ ਜਦੋਂ ਗੱਲ ਕਰਦੇ ਆ ਫਿਰ ਅਸੀਂ ਮਾਰ ਖਾਂਦੇ ਆ। ਗੁਰੂ ਨਾਨਕ ਦੇ ਨਾਂ ਤੇ ਚੱਲੀਏ ਫਿਰ ਸਾਨੂੰ ਘਾਟਾ ਨਹੀਂ ਆਉਂਦਾ। ਹਾਂਜੀ, ਗੁਰ ਸਿੱਖੀ ਜੇ ਤੁਮ ਕੋ ਭਾਵੈ। ਮਹਾਰਾਜ ਕਹਿੰਦੇ ਹੈ ਰਾਜਾ ਫਤਿਹ ਸ਼ਾਹ, ਸਾਨੂੰ ਜਗੀਰਾਂ ਦਾ ਲਾਲਚ ਨਾ ਦੇ। ਜੇ ਤੈਨੂੰ ਚੰਗੀ ਲੱਗਦੀ ਹੈ ਤੇ ਗੁਰੂ ਦੀ ਸਿੱਖੀ ਧਾਰਨ ਕਰੋ। ਕਹਿ ਸ੍ਰੀ ਅਸਤੁਜ ਤੇ ਬਖਸ਼ਾਵੈ। ਤਾਂ ਅਸੀਂ ਅਕਾਲ ਪੁਰਖ ਤੇ ਤੈਨੂੰ ਸਿੱਖੀ ਬਖਸ਼ਾ ਦੇਾਂਗੇ ਜੇ ਤੂੰ ਲੈਣੀ ਚਾਹੇਗਾ। ਕਿਉਂਕਿ ਗਾਹਕ ਦਾ ਬਣੇਗਾ ਨਾ ਪਹਿਲਾਂ। ਜੇ ਗਾਹਕ ਹੋਏਗਾ ਤੇ ਉਹਨੂੰ ਵਸਤੂ ਮਿਲਣੀ ਹੈ। ਜੇ ਤੇਰੀ ਇੱਛਾ ਹੋਵੇਗੀ ਤੇ ਅਕਾਲ ਪੁਰਖ ਤੋਂ ਤੈਨੂੰ ਇਹ ਬਖਸ਼ਿਸ਼ ਦਵਾਵਾਂਗੇ। ਸੁਨ ਮੁਸਕਾਵਤ ਬਾਤ ਪ੍ਰਕਾਸ਼ੇ। ਸੁਣ ਕੇ ਰਾਜਾ ਹੱਸ ਪਿਆ, ਮੁਸਕਰਾ ਕੇ ਕਹਿਣ ਲੱਗਾ, ਹਮ ਹੈ ਸਦਾ ਆਪ ਕੇ ਦਾਸੇ। ਮਹਾਰਾਜ ਜੀ ਅਸੀਂ ਤਾਂ ਤੁਹਾਡੇ ਹੀ ਹਾਂ, ਤੁਹਾਡੇ ਹੀ ਸੇਵਕ ਹਾਂ। ਹਮਰੇ ਭਾਗਨ ਤੇ ਇਤ ਆਏ। ਸਾਡੇ ਭਾਗਾਂ ਦੇ ਕਰਕੇ ਤੁਸੀਂ ਸਾਡੇ ਦੇਸ਼ ਵਿੱਚ ਆਏ ਹੋ। ਜਿਸ ਕਰ ਇਸ ਪ੍ਰਕਾਰ ਦਰਸਾਏ। ਇਸ ਤਰ੍ਹਾਂ ਤੁਹਾਡੇ ਦਰਸ਼ਨ ਹੋਏ ਨੇ ਗੁਰੂ ਜੀ।
ਤਬ ਸਤਿਗੁਰ ਦੇ ਕਰ ਸਿਰ ਪਾਓ। ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਨੇ ਰਾਜਿਆਂ ਨੂੰ ਸਰੋਪੇ ਦਿੱਤੇ। ਦੋਨੋਂ ਕੋ ਤਬ ਕੀਨ ਬਿਤਾਓ। ਬੜੇ ਕੀਮਤੀ ਸਰੋਪੇ ਦੇ ਕੇ ਮਹਾਰਾਜ ਨੇ ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸ਼ਾਹ ਨੂੰ ਵਿਦਾ ਕੀਤਾ। ਹਾਥ ਬੰਦ ਬਹੁ ਬੰਧਨ ਕਰਕੇ। ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸ਼ਾਹ ਹੱਥ ਜੋੜ ਕੇ ਚਰਨਾਂ ਤੇ ਮੱਥਾ ਟੇਕ ਕੇ ਗਏ ਹਨ। ਦਮਨੇ ਗੱਜ ਬਾਜਨ ਪਰ ਚੜ ਕੇ। ਹਾਥੀਆਂ ਘੋੜਿਆਂ ਤੇ ਸਵਾਰ ਹੋ ਕੇ ਦੋਵੇਂ ਰਾਜੇ ਆਪਣੇ ਆਪਣੇ ਰਾਹ ਪੈ ਗਏ। ਮੇਦਨੀ ਪ੍ਰਕਾਸ਼ ਨਾਣ ਦੇ ਰਸਤੇ ਚਲਾ ਗਿਆ ਤੇ ਫਤਿਹ ਸ਼ਾਹ ਸ੍ਰੀਨਗਰ ਨੂੰ ਚਲਾ ਗਿਆ। ਬੈਰ ਵਿਸਾਰ ਸੰਧ ਕਰ ਦੋਏ। ਆਪਣੀ ਜਿਹੜੀ ਦੁਸ਼ਮਣੀ ਸੀ ਦੋਵਾਂ ਰਾਜਿਆਂ ਦੀ ਦੂਰ ਕਰਨ ਲਈ ਤੇ ਸੰਧੀ ਕਰਾਤੀ ਗੁਰੂ ਸਾਹਿਬ ਨੇ ਦੋਵਾਂ ਦੀ। ਨਿਜ ਨਿਜ ਰਜਧਾਨੀ ਗਏ ਸੋਏ। ਆਪਣੀ ਆਪਣੀ ਰਾਜਧਾਨੀ ਨੂੰ ਚਲੇ ਗਏ। ਮੇਦਨੀ ਪ੍ਰਕਾਸ਼ ਨਾਣ ਚਲਾ ਗਿਆ ਤੇ ਫਤਿਹ ਸ਼ਾਹ ਸ੍ਰੀਨਗਰ ਕੜਵਾਲ ਚਲਾ ਗਿਆ। ਬੁੱਧੂ ਸ਼ਾਹ ਬਹੁਤ ਦਿਨ ਰਹਿਓ। ਬਾਬਾ ਬੁੱਧੂ ਸ਼ਾਹ ਪੀਰ ਬੁੱਧੂ ਸ਼ਾਹ ਜੀ ਕਈ ਦਿਨਾਂ ਦੇ ਆਏ ਹੋਏ ਸਨ। ਬੜੇ ਪਹੁੰਚੇ ਹੋਏ ਫਕੀਰ ਰੱਬ ਦੇ ਪਿਆਰੇ ਸਢੌਰੇ ਤੋਂ ਆਏ ਸਨ। ਉਹ ਕਾਫੀ ਦਿਨ ਗੁਰੂ ਸਾਹਿਬ ਕੋਲ ਰਹੇ, ਸੰਗਤ ਕਰਦੇ ਰਹੇ, ਦਰਸ਼ਨ ਦੀਦਾਰ ਕਰਦੇ ਰਹੇ। ਮਾਗੋ ਖੁਦਾਏ ਕੋ ਗੁਰ ਤੇ ਲਹਿਓ। ਉਹਨਾਂ ਦੀ ਇੱਛਾ ਸੀ ਮੈਨੂੰ ਖੁਦਾ ਦਾ ਰਸਤਾ ਦੱਸਣਗੇ, ਪਰਮਾਤਮਾ ਦੇ ਨਾਲ ਜੋੜਨਗੇ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਇੱਛਾ ਵੀ ਪੂਰੀ ਕਰ ਦਿੱਤੀ। ਪਰਮਾਤਮਾ ਦੇ ਰਾਹ ਦੇ ਬਾਰੇ, ਅਕਾਲ ਪੁਰਖ ਦੇ ਸਰੂਪ ਦੇ ਬਾਰੇ, ਪੀਰ ਬੁੱਧੂ ਸ਼ਾਹ ਦੇ ਜਿੰਨੇ ਵੀ ਭਰਮ ਭੁਲੇਖੇ ਸਨ ਦੂਰ ਕਰ ਦਿੱਤੇ। ਬ੍ਰਿੰਦ ਮੁਰੀਦ ਸਹਿਤ ਨਿਤ ਦਰਸੈ। ਪੀਰ ਬੁੱਧੂ ਸ਼ਾਹ ਜੀ ਰੋਜ਼ ਦਰਬਾਰ ਚ ਆਉਂਦੇ, ਜਦੋਂ ਕੀਰਤਨ ਹੁੰਦਾ ਬਹਿ ਕੇ ਕੀਰਤਨ ਸੁਣਦੇ, ਗੁਰੂ ਸਾਹਿਬ ਦੇ ਨਾਲ ਆਪਣੇ ਮੁਰੀਦਾਂ ਦੇ ਸਮੇਤ ਆ ਕੇ ਦਰਸ਼ਨ ਕਰਦੇ। ਕਰਤੇ ਚਰਨ ਕਮਲ ਕੋ ਪਰਸੈ। ਆ ਕੇ ਮੁਰੀਦ ਵੀ ਤੇ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਦੇ ਚਰਨਾਂ ਨੂੰ ਪਰਸਦੇ, ਮੱਥਾ ਟੇਕਦੇ। ਕਰੇ ਪ੍ਰੇਮ ਨਿਸਬਾਸੁਰ ਧਿਆਵੈ। ਔਰ ਬੜੇ ਪ੍ਰੇਮੀ ਸਨ। ਸਾਰਾ ਸਾਰਾ ਦਿਨ ਮਾਲਾ ਫੇਰਦੇ ਰਹਿੰਦੇ, 5 ਟਾਈਮ ਨਮਾਜ਼ ਪੜ੍ਹਦੇ, ਕੁਰਾਨ ਦਾ ਪਾਠ ਕਰਦੇ ਰਹਿੰਦੇ, ਗੁਰੂ ਕੀ ਬਾਣੀ ਸੁਣਦੇ ਰਹਿੰਦੇ ਤੇ ਚੰਗੇ ਹੀ ਖਿਆਲ, ਚੰਗੀਆਂ ਹੀ ਗੱਲਾਂ ਕਰਦੇ ਸਨ। ਗੁਰਮੂਰਤ ਉਰ ਬਿਖੈ ਟਿਕਾਵੈ। ਸ੍ਰੀ ਸਤਿਗੁਰੂ ਪਾਤਸ਼ਾਹ ਕਲਗੀਧਰ ਜੀ ਦਾ ਸਰੂਪ ਆਪਣੇ ਹਿਰਦੇ 'ਚ ਵਸਾ ਲਿਆ। ਐਸਾ ਪ੍ਰੇਮ ਕਲਗੀਧਰ ਨਾਲ ਪੈ ਗਿਆ ਕਿ ਉਹਨਾਂ ਦੇ ਮਨ ਦੇ ਜਿਹੜੇ ਭਰਮ ਭੁਲੇਖੇ ਸਨ ਸਭ ਦੂਰ ਹੋ ਗਏ। ਤੇਰ ਪਰ ਸ੍ਰੀ ਪ੍ਰਭ ਕਰੁਣਾ ਧਰੈ। ਮਹਾਰਾਜ ਉਹਨਾਂ ਉੱਤੇ ਬੜੀ ਕਿਰਪਾ ਕਰਦੇ, ਬੜੀ ਬਖਸ਼ਿਸ਼ ਕਰਦੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੀਰ ਬੁੱਧੂ ਸ਼ਾਹ ਦਾ ਪਿਆਰ ਵੇਖ ਕੇ ਮਹਾਰਾਜ ਆਪਣੀਆਂ ਖੁਸ਼ੀਆਂ ਉਹਨਾਂ ਤੇ ਲਟਾ ਦਿੰਦੇ ਸਨ। ਮਾਗੋ ਖੁਦਾਏ ਉਪਦੇਸ਼ਨ ਕਰੈ। ਉਹ ਪਰਮੇਸ਼ਰ ਦਾ ਰਾਹ ਪੁੱਛਦੇ ਤੇ 10ਵੇਂ ਪਾਤਸ਼ਾਹ ਉਹਨਾਂ ਨੂੰ ਉਸ ਅਕਾਲ ਪੁਰਖ ਨਿਰੰਕਾਰ ਦੇ ਰਾਹ ਦੀ ਖਬਰ ਦਿੰਦੇ। ਕਹਿ ਕਹਿ ਦੇਹ ਦੇਖ ਤੇ ਅਸਨਾ। ਇਹ ਮਹਾਰਾਜ ਭਾਈ ਨੰਦ ਚੰਦ ਨੂੰ ਕਿਹਾ ਹੋਇਆ ਸੀ ਵੀ ਪੀਰ ਜੀ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਣੀ ਚਾਹੀਦੀ। ਉਹਨਾਂ ਦੇ ਨਾਲ ਜਿੰਨੇ ਵੀ ਮੁਰੀਦ ਆਏ ਨੇ ਉਹਨਾਂ ਦੇ ਖਾਣੇ ਦਾਣੇ ਦਾ ਵਧੀਆ ਬੰਦੋਬਸਤ ਗੁਰੂ ਕੇ ਲੰਗਰ ਚੋਂ ਹੋ ਰਿਹਾ ਸੀ। ਨਿਕਟ ਬਿਠਾਏ ਬਾਪ ਮ੍ਰਿਦ ਰਸਨਾ। ਤੇ ਕੋਲ ਬਿਠਾ ਕੇ ਮਹਾਰਾਜ ਉਹਨੂੰ ਬੜੇ ਪਿਆਰ ਦੇ ਬਚਨ ਕਰਦੇ ਸਨ। ਮਹਿਮਾ ਲਖੀ ਮਹਾ ਮਹੀਆਨਾ। 5-10 ਦਿਨ ਪੀਰ ਬੁੱਧੂ ਸ਼ਾਹ ਜੀ ਬੈਠੇ ਰਹੇ ਪੌਂਟਾ ਸਾਹਿਬ। ਮਹਾਰਾਜ ਦੇ ਦਰਸ਼ਨ ਕਰਦੇ ਰਹੇ, ਬਾਣੀ ਸੁਣਦੇ ਰਹੇ, ਸੰਗਤ ਕਰਦੇ ਰਹੇ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸੱਚਾ ਦਰਬਾਰ ਹੈ। ਉੱਥੇ ਸੱਚਾ ਹੀ ਸੱਚ ਨਿਬੜਾ। ਇੱਥੇ ਤਾਂ ਸੱਚ ਦਾ ਹੀ ਵਰਤਾਰਾ ਹੈ, ਇੱਥੇ ਕੋਈ ਝੂਠੀ ਗੱਲ ਨਹੀਂ ਹੈ। ਸਕਲ ਕੁਬੰਧਨ ਕੀ ਨਸਹਾਨਾ। ਗੁਰੂ ਸਾਹਿਬ ਦੀ ਕਲਗੀਧਰ ਦੀ ਕਿਰਪਾ ਨਾਲ ਪੀਰ ਬੁੱਧੂ ਸ਼ਾਹ ਦੇ ਸਾਰੇ ਹੀ ਬੰਧਨ ਕੱਟੇ ਗਏ। ਮੁਕਤ ਅਵਸਥਾ ਨੂੰ, ਬ੍ਰਹਮ ਪਦ ਦੀ ਨਿਰਵਾਣ ਪਦਵੀ ਨੂੰ ਪਹੁੰਚ ਗਏ। ਭਇਓ ਨਿਹਾਲ ਪ੍ਰੇਮ ਉਪਜਾਇਓ। ਪੀਰ ਬੁੱਧੂ ਸ਼ਾਹ ਜੀ ਨਿਹਾਲ ਹੋ ਗਏ। ਗੁਰੂ ਕਲਗੀਧਰ ਦਾ ਪ੍ਰੇਮ ਉਹਨਾਂ ਦੇ ਰੋਮ ਰੋਮ ਵਿੱਚ ਵਸ ਗਿਆ। ਬਸਿਓ ਨਿਕਟ ਕੁਛ ਸਮਾਂ ਬਿਤਾਇਓ। ਕੁਝ ਸਮਾਂ ਸਤਿਗੁਰੂ ਜੀ ਦੇ ਕੋਲ ਰਹਿ ਕੇ ਗੁਜ਼ਾਰਿਆ ਪੀਰ ਜੀ ਨੇ। ਪੁਨ ਸਤਿਗੁਰ ਕੋ ਬੰਧਨ ਕੀਨ। ਫਿਰ ਮਹਾਰਾਜ ਨੂੰ ਮੱਥਾ ਟੇਕਿਆ। ਚਲਨ ਸਦਨ ਕੋ ਬਚ ਕਹਿ ਦੀਨ। ਮਹਾਰਾਜ ਮੈਨੂੰ ਹੁਣ ਘਰ ਜਾਣ ਦੀ ਆਗਿਆ ਦਿਓ। ਬਹੁਤ ਦਿਨ ਹੋ ਗਏ ਨੇ ਦਰਸ਼ਨਾਂ ਨੂੰ ਆਇਆਂ ਨੂੰ, ਹੁਣ ਆਪਣੇ ਨਗਰ ਵਾਪਸ ਜਾਣ ਦਾ ਹੁਕਮ ਦਿਓ। ਸਿਰੇ ਪਾਓ ਤਬ ਪ੍ਰਭੂ ਦਿਵਾਇਓ। ਪੀਰ ਬੁੱਧੂ ਸ਼ਾਹ ਨੂੰ ਵਿਦਾ ਕਰਨ ਲਈ 10ਵੇਂ ਪਾਤਸ਼ਾਹ ਹਜੂਰ ਨੇ ਖਜ਼ਾਨੇ ਵਿੱਚੋਂ ਬਹੁ ਮੋਲਾ, ਬਹੁ ਕੀਮਤੀ ਸਰੋਪਾ ਮੰਗਾ ਕੇ ਬਖਸ਼ਿਆ। ਪੱਗ ਛੁਆਇਲੇ ਸੀਸ ਚੜਾਇਓ। ਉਹ ਜਿਹੜਾ ਸਰੋਪਾ ਸੀ ਪੀਰ ਬੁੱਧੂ ਸ਼ਾਹ ਨੇ ਪਹਿਲਾਂ ਮਹਾਰਾਜ ਦੇ ਚਰਨਾਂ ਨੂੰ ਲਾ ਕੇ ਫਿਰ ਆਪਣੇ ਸੀਸ ਤੇ ਸਜਾ ਲਿਆ। ਕੇਤਕ ਦਿਨ ਮੈਂ ਪੁਨ ਟਿਕ ਆਵੋ। ਹਾਂ, ਮਹਾਰਾਜ ਕਹਿੰਦੇ ਪੀਰ ਜੀ ਕੁਝ ਦਿਨ ਬਾਅਦ ਫੇਰ ਆਣਾ।
ਹੁਣ ਚੱਲੇ ਹੋ, ਆਉਂਦੇ ਰਿਹਾ ਜੇ, ਤੁਸੀਂ ਸਾਡੇ ਨੇੜੇ ਹੀ ਹੋ, ਸਾਨੂੰ ਤੁਹਾਡੇ ਨਾਲ ਪ੍ਰੇਮ ਹੋ ਗਿਆ। ਹੁਣ ਜੇ ਸਾਧ ਸੰਗਤ ਜੀ ਸਿੱਖ ਨੂੰ ਗੁਰੂ ਨਾਲ ਪ੍ਰੇਮ ਹੁੰਦਾ ਨਾ, ਤੇ ਗੁਰੂ ਨੂੰ ਵੀ ਸਿੱਖ ਨਾਲ ਪ੍ਰੇਮ ਹੁੰਦਾ। ਮਹਾਰਾਜ ਕਹਿੰਦੇ ਆਉਂਦੇ ਜਾਂਦੇ ਰਿਹਾ ਜੇ, ਸਾਨੂੰ ਮਿਲਦੇ ਰਿਹਾ ਜੇ। ਕਰ ਦਰਸ਼ਨ ਕੋ ਤਨ ਸੁਫਲਾਵੋ, ਆਓ ਦਰਸ਼ਨ ਦਿਓ, ਦਰਸ਼ਨ ਕਰੋ, ਆਪਣਾ ਜਨਮ ਸਫਲਾ ਕਰੋ। ਸਦਾ ਹਿਰਦੈ ਮਹਿ ਬਾਸਾ ਕਰੀਐ। ਕਹਿਣ ਲੱਗਾ ਮਹਾਰਾਜ ਮੈਂ ਆਉਂਦਾ ਰਵਾਂਗਾ, ਦਰਸ਼ਨ ਕਰਦਾ ਰਵਾਂਗਾ, ਤੁਹਾਡੇ ਦਰਸ਼ਨ ਕਰਕੇ ਮੇਰਾ ਜਨਮ ਸਫਲਾ ਹੋਵੇਗਾ, ਤੇ ਮੈਨੂੰ ਸਦਾ ਆਪਣੇ ਚਰਨਾਂ ਵਿੱਚ ਰੱਖਣਾ, ਮੇਰੇ ਹਿਰਦੇ 'ਚ ਆਪਣਾ ਵਾਸਾ ਰੱਖਣਾ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਨਿਜ ਦਾਸਨ ਕੋ ਦਾਸ ਵਿਚਰੀਐ। ਮੈਨੂੰ ਆਪਣੇ ਦਾਸਾਂ ਦਾ ਦਾਸ ਜਾਣ ਕੇ ਬਖਸ਼ਦੇ ਰਹਿਣਾ। ਆਪਣੋ ਜਾਨ ਵਿਸਾਰੋ ਨਾਹੀ, ਆਪਣਾ ਸੇਵਕ ਜਾਣ ਕੇ ਕਦੀ ਭੁਲਾਇਆ ਜੇ ਨਾ ਗੁਰੂ ਜੀ। ਚਾਹੋ ਬਾਸ ਰਾਵਰ ਪਗ ਮਾਹੀ, ਮੈਂ ਚਾਹੁੰਦਾ ਤੁਹਾਡੇ ਚਰਨਾਂ ਵਿੱਚ ਹੀ ਮੇਰਾ ਵਾਸਾ ਹੋਵੇ। ਇਮ ਮੋਹ ਬਿਨਤੀ ਕਰ ਘਰ ਚਾਲਾ। ਏਦਾਂ ਬੇਨਤੀ ਕਰਕੇ ਪੀਰ ਬੁੱਧੂ ਸ਼ਾਹ ਜੀ ਸ੍ਰੀ ਪੌਂਡਾ ਸਾਹਿਬ ਤੋਂ ਸੁਢੌਰੇ ਦੇ ਰਾਹ ਪੈ ਗਏ। ਸੰਗ ਮੁਰੀਦ ਲੀਨ ਨਿਜ ਜਾਲਾ, ਔਰ ਆਪਣੇ ਮੁਰੀਦਾਂ ਨੂੰ ਨਾਲ ਲੈ ਲਿਆ। ਸ਼ਹਿਰ ਸੁਢੌਰੇ ਕੋ ਚੱਲ ਗਇਓ। ਸ਼ਹਿਰ ਸੁਢੌਰੇ ਨੂੰ ਚਲੇ ਗਏ, ਜਿੱਥੋਂ ਦੇ ਪੀਰ ਜੀ ਸਨ। ਜਹ ਕਹਿ ਸੋ ਜਸ ਉਚਾਰਤ ਭਇਓ। ਜਿੱਥੇ ਕਿੱਥੇ ਸਾਧ ਸੰਗਤ ਜੀ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਦਾ ਜਸ ਕਰਦੇ ਰਹੇ। ਪ੍ਰਭੂ ਪਾਵਟੇ ਵਿਖੇ ਬਿਰਾਜੇ, ਤੇ ਮਹਾਰਾਜ ਪੌਂਡਾ ਸਾਹਿਬ ਵੀ ਬਿਰਾਜੇ ਹੋਏ ਨੇ। ਜਿਨ ਦਰਸ਼ਨ ਤੇ ਕਲਮਲ ਭਾਜੇ, ਜਿਨ੍ਹਾਂ ਦੇ ਦਰਸ਼ਨਾਂ ਨਾਲ ਪਾਪਾਂ ਦਾ ਨਾਸ ਹੁੰਦਾ ਹੈ। ਚਲੀ ਹਜ਼ਾਰਾਂ ਸੰਗਤ ਆਵੇ। ਹਜ਼ਾਰਾਂ ਸੰਗਤਾਂ ਉੱਤਰ ਦੱਖਣ ਪੂਰਬ ਪੱਛਮ ਤੋਂ ਸ੍ਰੀ ਪੌਂਡਾ ਸਾਹਿਬ ਤੁਰੀਆਂ ਆਉਂਦੀਆਂ ਨੇ। ਅਨੇਕ ਪਦਾਰਥ ਆਨ ਚੜਾਵੇ, ਆ ਕੇ ਅਨੇਕਾਂ ਪ੍ਰਕਾਰ ਦੇ ਪਦਾਰਥ ਮਹਾਰਾਜ ਦੇ ਚਰਨਾਂ 'ਚ ਸੰਗਤਾਂ ਭੇਟਾ ਕਰਦੀਆਂ ਨੇ। ਚਾਰੋਂ ਦਿਸ਼ ਤੇ ਦੇਸ਼ ਵਿਦੇਸ਼ੂ, ਚਾਰੇ ਪਾਸਿਓਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਭੇਟਾ ਲੈ ਕੇ। ਧਰਹਿ ਭਾਉ ਸਿੱਖ ਆਏ ਵਿਸ਼ੇਸ਼ੂ, ਬੜੇ ਪ੍ਰੇਮ ਨਾਲ ਸਿੱਖ ਆਉਂਦੇ ਨੇ, ਦਰਸ਼ਨ ਕਰਦੇ ਨੇ। ਸ਼ਸਤਰ ਤੁਰੰਗਮ ਬਸਤਰ ਅਜਾਇਓ, ਮਹਾਰਾਜ ਵਾਸਤੇ ਚੰਗੇ ਘੋੜੇ, ਚੰਗੇ ਸ਼ਸਤਰ, ਚੰਗੀਆਂ ਢਾਲਾਂ, ਚੰਗੇ ਤੇਗੇ, ਬੰਦੂਕਾਂ ਤੇ ਵਧੀਆ ਵਧੀਆ ਬਸਤਰ ਲੈ ਕੇ ਆਉਂਦੇ ਨੇ। ਅਰਪੈ ਕਰ ਕਰ ਦਰਸ਼ਨ ਸਾਹਿਬ, ਸਾਹਿਬ ਕਲਗੀਧਰ ਦੇ ਦਰਸ਼ਨ ਕਰਕੇ ਆਪਣੀਆਂ ਪ੍ਰੇਮ ਭੇਟਾਵਾਂ ਚਰਨਾਂ 'ਚ ਅਰਪਣ ਕਰਦੇ ਨੇ। ਆਦਰੀ ਛੰਦ ਇਸ ਪੰਥ ਪਾਵਟੇ ਮਹਿ ਬਿਲਾਸ। ਇਸ ਤਰ੍ਹਾਂ ਸ੍ਰੀ ਪੌਂਡਾ ਸਾਹਿਬ ਦੇ ਵਿੱਚ ਮਹਾਰਾਜ ਕੌਤਕ ਕਰ ਰਹੇ ਨੇ, ਬਿਲਾਸ ਕਰ ਰਹੇ ਨੇ। ਦਾਸਨ ਨਿਹਾਲ ਦੇ ਸ਼ਤਰੂ ਤਰਾਸ, ਆਪਣੇ ਸੇਵਕਾਂ ਨੂੰ ਨਿਹਾਲ ਕਰ ਰਹੇ ਨੇ ਤੇ ਦੁਸ਼ਟਾਂ ਨੂੰ ਭੈ ਦੇ ਰਹੇ ਨੇ। ਰਸ ਬੀਰ ਉਦੈ ਦਿਨ ਪ੍ਰਤ ਕਰੰਤ, ਔਰ ਦਿਨੋਂ ਦਿਨ ਵੀਰ ਰਸ ਵੱਧਦਾ ਜਾ ਰਿਹਾ ਹੈ। ਪਟ ਆਏ ਰਹਿੰਦੇ ਧਨ ਰਖੰਤ, ਔਰ ਫੌਜਾਂ ਆਉਂਦੀਆਂ ਨੇ, ਨਵੇਂ ਨਵੇਂ ਗੱਭਰੂ ਨੌਜਵਾਨ 18 ਸਾਲਾਂ ਦੇ, 17 ਸਾਲਾਂ ਦੇ ਭਰਤੀ ਹੁੰਦੇ ਨੇ ਫੌਜ ਵਿੱਚ। ਅਨਗਿਣਤ ਦਰਬਲੇ ਸਰਬ ਆਏ, ਔਰ ਅਣਗਿਣਤ ਮਾਇਆ ਦੇ ਗੱਫੇ ਸੰਗਤਾਂ ਲਿਆਉਂਦੀਆਂ ਨੇ। ਮਨ ਚਿਤੈ ਕਾਮਨਾ ਦਾਸ ਪਾਏ, ਜਿੱਦਾਂ ਜਿੱਦਾਂ ਦੀ ਮਨ ਕਾਮਨਾ ਹੁੰਦੀ ਪੂਰੀ ਹੁੰਦੀ ਹੈ ਸਭ ਦੀ। ਬਨ ਮਹਿ ਸ਼ਿਕਾਰ ਚੜ ਬਾਰ ਬਾਰ, ਸ਼ਿਕਾਰ ਨੂੰ ਸਤਿਗੁਰੂ ਲਗਭਗ ਦੂਜੇ ਚੌਥੇ ਦਿਨ ਚੜ੍ਹਦੇ ਹਨ। ਹੱਥ ਰੋਜ਼ ਕੋਰ ਭਾਲਕ ਚੰਘਾਰ, ਔਰ ਬੜੇ ਬੜੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਖੇਡਦੇ ਹਨ। ਬਲਵਾਨ ਭਿਆਨਕ ਮਾਰ ਸਿੰਘ, ਬੜੇ ਬੜੇ ਭਿਆਨਕ ਸ਼ੇਰ ਤੇ ਰਿੱਛ ਮਾਰੇ ਹਨ। ਅਨੰਤ ਸੁਕਾਵ ਸੰਤੋਖ ਸਿੰਘ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਕਥਾ ਦਾਸ ਸੰਤੋਖ ਸਿੰਘ ਵਰਣਨ ਕਰ ਰਿਹਾ ਹੈ। ਅਨੰਤ ਆਨ ਜੇ ਰਾਜ ਸਿੰਘ, ਕਹਿੰਦੇ ਮਹਾਰਾਜ ਨੂੰ ਰਾਜੇ ਵੀ ਮੰਨਦੇ ਨੇ ਤੇ ਸਿੰਘ ਸ਼ੇਰ ਵੀ ਮੰਨਦੇ ਨੇ। ਮਿਲਤੇ ਵਿਸਾਲ ਗੋਬਿੰਦ ਸਿੰਘ, ਬੜੇ ਪ੍ਰਗਟ ਮਹਾਬਲੀ ਯੋਧੇ ਗੁਰੂ ਗੋਬਿੰਦ ਸਿੰਘ ਜੀ ਪੌਂਡੇ 'ਚ ਪ੍ਰਗਟ ਹੋਏ ਨੇ। ਦੀਨਾਨ ਨਾਥ ਨਾਥਾਨ ਨਾਥ, ਇਹ ਦੀਨਾਂ ਦੇ ਗਰੀਬਾਂ ਦੇ ਨਾਥ ਨੇ ਤੇ ਅਨਾਥਾਂ ਦੇ ਨਾਥ ਨੇ ਤੇ ਨਾਥਾਂ ਦੇ ਵੀ ਨਾਥ ਨੇ। ਰਾਜਿਆਂ ਦੇ ਰਾਜੇ ਨੇ, ਮਹਾਰਾਜਿਆਂ ਦੇ ਮਹਾਰਾਜੇ ਨੇ। ਨਿਜ ਸੇਵਕਾਨ ਕਰਤੇ ਸਨਾਥ, ਆਪਣੇ ਸੇਵਕਾਂ ਨੂੰ ਸਨਾਥ ਕਰਦੇ ਨੇ। ਭਾਵ ਜਿਹੜਾ ਅਨਾਥ ਹੈ ਉਹਦੇ ਮਾਰੇ ਨਾਥ ਬਣਦੇ ਨੇ, ਸਭ ਨੂੰ ਸਨਾਥ ਕਰਦੇ ਨੇ। ਮਾਨੰਤ ਆਨ ਸਭ ਸਿੱਧ ਨਾਥ, ਮਹਾਰਾਜ ਨੂੰ ਸਾਰੇ ਨਾਥ ਸਿੱਧ ਪੀਰ ਜੋਗੀ ਜਤੀ ਮੰਨਦੇ ਨੇ। ਨਿਜ ਬੰਦ ਹਾਥ ਧਰਨ ਚਰਨ ਮਾਨ, ਸਭ ਚਰਨਾਂ ਦੇ ਮੱਥਾ ਟੇਕਦੇ ਨੇ। ਇਹ ਇੱਕ ਰੀਤੂ ਅਬ ਪੂਰਨ ਹੋਏ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਕਵੀ ਜੀ ਨੇ 12 ਰਾਸਾਂ 6 ਰੁੱਤਾਂ ਤੇ 2 ਇਹਨਾਂ 'ਚ ਲਿਖਿਆ ਹੈ
ਕਹਿੰਦੇ ਨੇ ਇਹ ਅੱਜ ਪਹਿਲੀ ਰੁੱਤ ਜਿਹੜੀ ਹੈ ਇਸ ਗ੍ਰੰਥ ਦੀ ਸੰਪੂਰਨ ਹੋਈ ਹੈ। ਗੁਰ ਜਸ ਵਿਸਾਲ ਭਰ ਬੀਚ ਪੋਏ। ਇਹਦੇ ਵਿੱਚ ਗੁਰੂ ਦਾ ਜਸ ਵਰਣਨ ਕੀਤਾ ਕਵੀ ਜੀ ਨੇ ਬੜੇ ਸੁੰਦਰ ਢੰਗ ਨਾਲ। ਅਜੇ 5 ਰੁੱਤਾਂ ਅੱਗੇ ਆਉਣੀਆਂ ਨੇ ਤੇ ਉਸ ਤੋਂ ਬਾਅਦ ਫਿਰ 2 ਐਨ ਆਉਣੇ ਨੇ, ਤਾਂ ਇਹ ਗ੍ਰੰਥ ਸੰਪੂਰਨ ਹੋਣਾ ਹੈ। ਸਿੱਖ ਪਠਤ ਸੁਨਤ ਚਿਤ ਚਾਏ ਪਾਏ। ਭਾਈ ਸਾਹਿਬ ਕਹਿੰਦੇ ਮੈਂ ਗ੍ਰੰਥ ਤਾਂ ਲਿਖ ਰਿਹਾ, ਆਉਣ ਵਾਲੇ ਸਮੇਂ ਸਿੱਖ ਸੁਣਨਗੇ, ਪੜ੍ਹਨਗੇ, ਉਹਨਾਂ ਦੇ ਮਨ 'ਚ ਗੁਰੂ ਪ੍ਰਤੀ ਚਾਹ ਪੈਦਾ ਹੋਵੇਗਾ, ਪ੍ਰੇਮ ਪੈਦਾ ਹੋਵੇਗਾ। ਸਾਧ ਸੰਗਤ ਜੀ, ਅੱਜ ਕੋਈ ਇੱਕ ਛੋਟੀ ਜਿਹੀ ਕਿਤਾਬ ਲਿਖ ਦੇਵੇ ਨਾ ਤੇ ਉਹ ਕਹਿੰਦਾ ਮੇਰੀ ਕਿਤਾਬ ਦੀ ਰਿਐਲਿਟੀ ਮੇਰੇ ਪੋਤਿਆਂ ਪੜੋਤਿਆਂ ਤੱਕ ਮਿਲਦੀ ਰਹਿਣੀ ਚਾਹੀਦੀ ਹੈ। ਭਾਈ ਸੰਤੋਖ ਸਿੰਘ ਜੀ ਨੇ ਐਡਾ ਵੱਡਾ ਗ੍ਰੰਥ ਲਿਖਿਆ, 14 ਜਿਲਦਾਂ 'ਚ ਛਪਿਆ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਭੇਟਾ ਕਰਕੇ ਮੰਗਿਆ ਕੀ ਸੀ ਕਿ ਮਹਾਰਾਜ ਦੀ ਸਿੱਖੀ ਮੈਨੂੰ ਮਿਲ ਜਾਵੇ, ਹੋਰ ਕੁਝ ਨਹੀਂ ਚਾਹੀਦਾ। ਸੋ ਐਸੇ ਮਹਾਨ ਸਿੱਖ ਕਹਿੰਦੇ ਸਿੱਖ ਪਠਤ ਸੁਣਤ ਚਿਤ ਚਾਏ ਪਾਏ। ਜਦੋਂ ਇਹ ਗ੍ਰੰਥ ਸੂਰਜ ਪ੍ਰਕਾਸ਼ ਗੁਰੂ ਕਾ ਖਾਲਸਾ ਸੁਣੇਗਾ, ਪੜ੍ਹਨਗੇ, ਸੁਣਨਗੇ, ਉਹਨਾਂ ਦੇ ਮਨ 'ਚ ਸਿੱਖੀ ਪੈਦਾ ਹੋਵੇਗੀ, ਚਾਹ ਪੈਦਾ ਹੋਵੇਗਾ। ਸਭ ਕਰੇ 51 ਇਮਤਿਆਏ। ਪਹਿਲੀ ਰੁੱਤ ਦੇ 51 ਅਧਿਆਇ ਇੱਥੇ ਸੰਪੂਰਨ ਕੀਤੇ ਨੇ। ਸੋ ਸਾਧ ਸੰਗਤ ਜੀ, ਅੱਜ ਪਹਿਲੀ ਰੁੱਤ ਸੰਪੂਰਨ ਹੋਈ। ਸ੍ਰੀ ਗੁਰ ਪ੍ਰਤਾਪ ਸੂਰਜ ਦੀ 5 ਰੁੱਤਾਂ ਦੇ 2 ਐਨ ਬਾਕੀ ਬਚਦੇ ਹਨ, ਤਾਂ ਇਹ ਗ੍ਰੰਥ ਸੰਪੂਰਨ ਹੋਵੇਗਾ। ਸੋ ਇਤਨੀ ਬੇਨਤੀਆਂ ਪ੍ਰਵਾਨ ਕਰਨੀਆਂ। ਗਰੀਬ ਨਵਾਜ਼ ਸਤਿਗੁਰੂ ਕਿਰਪਾ ਕਰੇ, ਸਾਰਾ ਖਾਲਸਾ ਪੰਥ ਗੁਰੂ ਦੇ ਪਿਆਰ ਵਿੱਚ ਰੰਗਿਆ ਜਾਵੇ, ਪ੍ਰੇਮਾ ਭਗਤੀ ਸਾਨੂੰ ਮਿਲੇ। ਇਹ ਸੰਸਾਰ ਵਿੱਚ ਸਾਧ ਸੰਗਤ ਜੀ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਦਾ, ਇਹ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਹਾਰਾਜ ਕਿਰਪਾ ਕਰਨ, ਸਾਡਾ ਜੀਵਨ ਸਫਲਾ ਭਗਤੀ ਭਾਵ ਵਿੱਚ ਭਿੱਜ ਕੇ ਹੋ ਜਾਵੇ। ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰ